ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਕਜ ਬੰਦਨ ਸਿਮਰੋ ਅੰਗਦ ਦੁਖ ਨਿਸੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਵਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਮੋਹ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਨੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ ਡਰ ਹੈਨ ਪਰ ਜੀਨ ਤਬ ਪੈ ਸਤਿਗੁਰੂ ਤਿਆਰ ਚੜੇ ਸਿੰਘ ਬੈਰਾੜ ਗਨ ਚਲੇ ਉਜਾਰ ਉਜਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਵਿਚਾਰਾਂ ਸਰਪਣ ਕਰ ਰਹੇ ਸੀ ਸ੍ਰੀ ਮੁਕਤਸਰ ਸਾਹਿਬ ਦਾ ਜੰਗ, ਔਰ ਉਪਰੰਤ ਭਾਈ ਮਹਾਂ ਸਿੰਘ ਹੋਰੇ ਮਾਝੇ ਦੇ ਸਿੰਘਾਂ ਨੂੰ ਬਖਸ਼ਣਾ, ਦੁਆਰਾ ਚਰਨੀ ਲਾਉਣਾ, ਟੁੱਟੀ ਗੰਢਣੀ, ਔਰ ਸ਼ਹੀਦ ਹੋਏ ਸਿੰਘਾਂ ਦਾ ਆਪ ਸੰਸਕਾਰ ਕਰਨਾ, ਔਰ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਵਰ ਦੇ ਕਰਕੇ ਪਾਤਸ਼ਾਹ ਜੀ ਨੇ ਉੱਥੋਂ ਚਾਲੇ ਪਾਏ ਨੇ। ਬਿਰਾੜਾ ਨੇ ਆਪਣੇ ਘੋੜਿਆਂ ਤੇ ਕਾਠੀਆਂ ਕੱਸੀਆਂ, ਬਿਰਾੜਾ ਦੀ ਫੌਜ ਸਤਿਗੁਰ ਨਾਲ ਪਿੱਛੋਂ ਆ ਰਹੀ ਹੈ, ਔਰ ਮੁਕਤਸਰ ਸਾਹਿਬ ਤੋਂ ਇੱਧਰ ਨੂੰ ਆ ਰਹੇ ਹੈ। ਇਹਨੂੰ ਕਹਿੰਦੇ ਜੰਗਲ ਦਾ ਇਲਾਕਾ, ਚੱਲੇ ਉਜਾੜ ਉਜਾੜ ਭਾਵ ਜੰਗਲ ਵਿੱਚ ਚੱਲ ਰਹੇ ਹਨ। ਸਾਡਾ ਇਲਾਕਾ ਜਿਸ ਦਾ ਨਾਮ ਹੁਣ ਮਾਲਵਾ ਹੈ, ਇਹਨੂੰ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵਾ ਕਿਹਾ ਸੀ। ਉਦੋਂ ਪਹਿਲਾਂ ਇਹਨੂੰ ਜੰਗਲ ਦਾ ਇਲਾਕਾ ਕਹਿੰਦੇ, ਕਿਉਂਕਿ ਇੱਧਰ ਉਜਾੜ ਬਹੁਤ ਸੀ, ਜ਼ਮੀਨਾਂ ਖੁੱਲੀਆਂ ਸਨ, ਵਸੋਂ ਘੱਟ ਸੀ ਤੇ ਜੰਗਲ ਬਹੁਤਾ ਸੀ। ਜਿਵੇਂ ਅੱਜ ਵੀ ਰਾਜਸਥਾਨ ਵੱਲ ਬਹੁਤ ਜ਼ਿਆਦਾ ਜੰਗਲ ਹੈ, ਹੌਲੀ ਹੌਲੀ ਪੰਜਾਬੀਆਂ ਨੇ ਜਾ ਕੇ ਉਹਨੂੰ ਸਫਾਈ ਕਰ ਲਿਆ, ਵਸਣਯੋਗ ਕਰ ਲਿਆ।
ਤਾਂ ਭਾਈ ਸਾਹਿਬ ਜੀ ਲਿਖਦੇ ਹਨ, ਸਤਿਗੁਰੂ ਪਾਤਸ਼ਾਹ ਜੀ ਮੁਕਤਸਰ ਸਾਹਿਬ ਦੀ ਸਾਰੀ ਵਿਉਂਤਬੰਦੀ ਕਰਕੇ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਅਸਥੀਆਂ ਸਨ, ਫੁੱਲ ਸਨ, ਉਹ ਸਾਰੇ ਉੱਥੇ ਹੀ ਦੱਬ ਦਿੱਤੇ ਜਿੱਥੇ ਸੰਸਕਾਰ ਕੀਤਾ, ਉੱਤੇ ਥੜਾ ਬਣਾ ਦਿੱਤਾ ਔਰ ਉੱਥੇ ਹੀ ਪਾਤਸ਼ਾਹ ਜੀ ਨੇ ਉਹਨਾਂ ਨੂੰ ਰੱਖ ਦਿੱਤਾ ਤੇ ਆਉਣ ਵਾਲੇ ਸਮੇਂ ਵਾਸਤੇ ਬਹੁਤ ਸਾਰੇ ਬਚਨ ਉਹ ਜਗ੍ਹਾ ਵਾਸਤੇ ਕੀਤੇ। ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਉਹ ਵੀ ਗੁਰੂ ਨਾਲ ਜੁੜ ਜਾਵੇਗਾ। ਤੇ ਫਿਰ ਬਰਾੜਾ ਨੂੰ ਕਹਿੰਦੇ ਚਲੋ ਬਈ ਚੱਲੀਏ। ਫੌਜਾਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਪਾਤਸ਼ਾਹ ਆਪਣੇ ਨੀਲੇ ਤੇ ਸਵਾਰ ਹੋਏ ਤੇ ਉੱਥੋਂ ਚਾਲੇ ਪਾ ਕੇ ਕਿੱਧਰ ਨੂੰ ਜਾਂਦੇ ਆ ਇਹ ਵਿਚਾਰਾ ਹੁਣ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਡਾਰ ਹੈਨ ਪਰ ਜੀਨ ਤਬ ਪਏ ਸਤਿਗੁਰੂ ਤਿਆਰ। ਇਉਂ ਸ੍ਰੀ ਮੁਕਤਸਰ ਸਾਹਿਬ ਤੋਂ ਪਾਤਸ਼ਾਹ ਜੀ ਨੇ ਆਪਣੇ ਘੋੜਿਆਂ ਤੇ ਕਾਠੀਆਂ ਪਵਾਈਆਂ ਤੇ ਕਹਿੰਦੇ ਚਲੋ ਚਲੀਏ ਜੀ। ਚੜੇ ਸਿੰਘ ਬੈਰਾੜ ਗਾਨਾ ਚਲੇ ਉਜਾਰ ਉਜਾਰ। ਔਰ ਬੈਰਾੜ ਵੀ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਨਾਲ ਚੱਲ ਪਏ ਜੰਗਲਾਂ ਵਿੱਚੋਂ ਦੀ ਹੁੰਦੇ ਹੋਏ। ਚੌਪਈ ਨੌਥੇ ਹੀ ਜਬ ਸ਼੍ਰੀ ਪ੍ਰਭ ਗਏ ਤੈ ਕੀ ਨਰਗਣ ਆਵਤ ਪਏ। ਔਰ ਅੱਗੇ ਇੱਕ ਨਗਰ ਆਇਆ ਜਿਸ ਦਾ ਨਾਮ ਹੈ ਨਥੇਹਾ। ਨਥੇਹੇ ਪਹੁੰਚ ਗਏ ਹਨ। ਹੱਥ ਜੋਰ ਤੇ ਨਰਜ ਗੁਜਾਰੀ ਆਪ ਚੌਮੰਗ ਹਜ਼ਰਤ ਕੀ ਮਾਰੀ। ਔਰ ਅੱਗੋਂ ਕੁਝ ਪਿੰਡ ਵਾਲੇ ਬੰਦੇ ਮਿਲੇ, ਉਹਨੂੰ ਪਤਾ ਲੱਗੇ ਵੀ ਤਾਂ ਗੁਰੂ ਗੋਬਿੰਦ ਸਿੰਘ ਜਿਹੜਾ ਔਰੰਗਜ਼ੇਬ ਲੜਾਈਆਂ ਕਰਕੇ ਆਇਆ। ਕਹਿੰਦਾ ਜੀ ਤੁਸੀਂ ਤਾਂ ਪਤਾ ਲੱਗਿਆ ਸਰਕਾਰੀ ਫੌਜ ਬੜੀ ਮਾਰੀ ਹੈ। ਇਸ ਤਲ ਕੀ ਜੇ ਨਹੀਂ ਮੁਕਾਮੋ ਉਤਰਿਓ ਜਾਓ ਅਗਲੇ ਗੁਰਾਮੋ। ਨਥੇਹੇ ਵਾਲੇ ਕਹਿੰਦੇ ਮਹਾਰਾਜ ਤੁਸੀਂ ਗਾਹਾਂ ਜਾ ਕੇ ਉਤਰਿਓ ਕਿਉਂਕਿ ਸੁੱਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ। ਕਈ ਪਿੰਡਾਂ ਵਾਲੇ ਨੂੰ ਐਂ ਲੱਗਦਾ ਵੀ ਜੇ ਕਿਤੇ ਗੁਰੂ ਸਾਹਿਬ ਸਾਡੇ ਪਿੰਡ ਵਿੱਚ ਰੋਕੇ ਨਾ ਤੇ ਔਰੰਗਜ਼ੇਬ ਨੇ ਸਾਡੇ ਪਿੰਡ ਤੇ ਹਮਲਾ ਕਰਵਾ ਦੇਣਾ। ਇਸ ਕਰਕੇ ਕਿਸੇ ਨੇ ਪਛਾਣਿਆ ਕਿਸੇ ਨੇ ਨਹੀਂ ਪਛਾਣਿਆ। ਪਿੰਡ ਵਾਲੇ ਕਹਿੰਦੇ ਮਹਾਰਾਜ ਤੁਸੀਂ ਅੱਗੇ ਚਲੇ ਜਾਓ ਸਾਡੇ ਪਿੰਡ ਵਿੱਚ ਨਾ ਰੁਕਣਾ ਕਰੋ। ਬੇਨਤੀ ਸਹਿਤ ਆਪ ਕੋ ਕਹੈ ਹਜ਼ਰਤ ਤੇ ਤਰਾਸਤ ਨਿਤ ਰਹੈ। ਅਸੀਂ ਡਰਦੇ ਹਾਂ ਔਰੰਗਜ਼ੇਬ ਤੋਂ ਤੁਹਾਨੂੰ ਬੇਨਤੀ ਕਰਦੇ ਹਾਂ। ਤਿਨ ਪਰ ਕਿਰਪਾ ਕਰਤ ਚਲ ਪਰੀ ਜਾਏ ਮਜਰ ਸਿਰ ਡੇਰਾ ਕਰੇ। ਤੇ ਸਤਿਗੁਰੂ ਪਾਤਸ਼ਾਹ ਨਥੇਹੇ ਰੁਕੇ ਨਹੀਂ, ਫਿਰ ਉਥੋਂ ਅੱਗੇ ਚੱਲ ਪਏ। ਚਲੋ ਚਾਲ ਫਤੇ ਸਮੋ ਗ੍ਰਾਮ ਗਾਰੇ ਖਰੇ ਤੁਰਗ ਕਰ ਜੀਨੂ ਤਾਰੇ। ਅੱਗੇ ਆ ਗਿਆ ਪਿੰਡ ਫੱਤਾ ਸਮੂ ਕਾ ਔਰ ਦਿਲ ਵੀ ਛਿਪ ਗਿਆ ਤੇ ਸਤਿਗੁਰੂ ਕਹਿਣ ਲੱਗੇ ਲਓ ਵੀ ਸਿੰਘੋ ਇੱਥੇ ਪੜਾ ਕਰੋ। ਫੌਜਾਂ ਨੇ ਘੋੜੇ ਖੜਾ ਦਿੱਤੇ ਹਨ, ਕਾਠੀਆਂ ਲਾ ਦਿੱਤੀਆਂ ਜੀ। ਸਹਿਜ ਸੁਭਾਇ ਕਠਾਂਡੇ ਵਿੱਚ ਰਤ ਸਿਵਰ ਲਗੇ ਕੋ ਹੀਰਤ ਉਤਿਤ। ਔਰ ਇਸ ਤਰ੍ਹਾਂ ਕੋਈ ਤੰਬੂ ਗੱਡ ਰਿਹਾ, ਪਾਤਸ਼ਾਹ ਜੀ ਦਾ ਖਾਸ ਤੰਬੂ ਨਾਲ ਹੁੰਦਾ ਸੀ। ਔਰ ਕੋਈ ਪੜਾ ਕਰ ਰਿਹਾ, ਕੋਈ ਘੋੜੇ ਬੰਨ ਰਿਹਾ, ਕੋਈ ਇਧਰ ਉਧਰ ਵਿਚਰਨ ਲੱਗਿਆ ਹੈ। ਤਿਸ ਚਿਨ ਪੰਜ ਹਰੀ ਕੀ ਆਏ ਲੂੰਗੀ ਖੇਸ ਭੇਟ ਹਿਤ ਲਿਆਏ। ਤੋ ਇੱਥੇ ਹਰੀਕੇ ਵੱਜਦੇ ਹਨ। ਉਹ ਹਰੀਕੇ ਲੋਕਾਂ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਸਾਡੇ ਇਲਾਕੇ 'ਚ ਆਏ ਹੈ। ਉਹ ਭੇਟਾ ਕਰਨ ਦੇ ਵਾਸਤੇ ਪੁਰਾਣੇ ਸਮਿਆਂ ਦੇ ਵਿੱਚ ਅੱਜ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਮਾਈਆਂ ਖਾਸ ਦਿਹਾੜੇ ਤੇ ਘਰੋਂ ਪੇਟੀ 'ਚੋਂ ਕੱਢ ਕੇ ਖੇਸ ਭੇਜਦੀਆਂ ਹਨ ਭੇਟਾ ਕਰਨ ਵਾਸਤੇ। ਤੇ ਪਿੰਡ ਵਾਲੇ ਵੀ ਇੱਕ ਲੂੰਗੀ ਚਾਦਰ ਵੱਲ ਤੇੜ ਬੰਨਣ ਵਾਲੀ ਹੁੰਦੀ ਹੈ, ਉਹਨੂੰ ਲੂੰਗੀ ਕਹਿੰਦੇ ਆ। ਤੇ ਇਹ ਖੇਸ, ਇਹ ਦੋ ਚੀਜ਼ਾਂ ਲਿਆ ਕੇ ਸਤਿਗੁਰਾਂ ਦੇ ਹਜ਼ੂਰ ਇਹਨਾਂ ਪਿੰਡ ਵਾਲਿਆਂ ਨੇ ਮੱਥਾ ਟੇਕਿਆ ਜੀ। ਕਰ ਪਰ ਧਰ ਕਰ ਅਗਰ ਦਿਖਾਈ ਕੀਨ ਬੰਦਨਾ ਗਰੀਬ ਨਿਭਾਈ। ਤਾਂ ਖੜਿਆਂ ਖੜਿਆਂ ਹੀ ਇਹਨਾਂ ਨੇ ਹੱਥ ਉੱਤੇ ਰੱਖਿਆ ਖੇਸ ਤੇ ਖੇਸ ਦੇ ਉੱਤੇ ਲੂੰਗੀ ਪਈ ਆ। ਮਹਾਰਾਜਾ ਭੇਟਾ ਪ੍ਰਵਾਨ ਕਰੋ। ਏ ਪ੍ਰਭ ਜੀ ਸਭ ਗ੍ਰਾਮ ਹਮਾਰੇ ਧਨ ਭਾਗ ਪੇ ਦਰਸ ਤਿਹਾਰੇ। ਵੱਡੇ ਭਾਗ ਹੈ ਸਾਡੇ ਪਿੰਡ ਵਾਲਿਆਂ ਦੇ, ਤੁਸੀਂ ਦਰਸ਼ਨ ਦਿੱਤੇ ਹਨ। ਲਿਖ ਲੂੰਗੀ ਸਤਿਗੁਰੂ ਠਾਈ ਕਟ ਤਟ ਕੇ ਲਪੇਟ ਚੌਂਕਾਈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਤਰ੍ਹਾਂ ਹੀ ਚੋਲੇ ਦੇ ਉੱਤੋਂ ਦੀ ਉਹ ਲੂੰਗੀ ਚੱਕੀ ਖੇਸ ਤੋਂ ਤੇ ਸਿੱਧੀ ਕਰਕੇ ਖੋਲ ਕੇ ਤੇ ਲੱਕ ਦੇ ਉੱਤੇ ਉਸੇ ਤਰ੍ਹਾਂ ਬੰਨ ਲਈ ਆ ਜਿਵੇਂ ਜੰਗਲਾਂ ਦੇ ਲੋਕ ਬੰਨਿਆ ਕਰਦੇ ਆ। ਪੁਰਾਣੇ ਸਮਿਆਂ ਚਾਦਰੇ ਬੰਨਿਆ ਕਰਦੇ ਸੀਗੇ। ਤੇ ਸਤਿਗੁਰੂ ਪਾਤਸ਼ਾਹ ਨੇ ਸਿੰਘਾਂ ਨੂੰ ਹੁਕਮ ਦੇ ਦਿੱਤਾ ਸੀ ਵੀ ਆਪਾਂ ਚਾਦਰੇ ਨਹੀਂ ਬੰਨਣੇ,
ਕਛਹਿਰਾ ਜ਼ਰੂਰ ਹੋਣਾ ਚਾਹੀਦਾ ਗੋਡਿਆਂ ਤੱਕ। ਕਈ ਲੋਕ ਕੱਲਾ ਚਾਦਰਾ ਹੀ ਬੰਨਿਆ ਕਰਦੇ ਸਨ, ਕੁੜਤਾ ਪਾਉਂਦੇ ਸਨ, ਪੁਰਾਣੇ ਜੰਗਲਾਂ ਦੇ ਲੋਕ ਸਨ। ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਵਰਜਿਆ ਹੋਇਆ ਵੀ ਚਾਦਰਾ ਨਹੀਂ ਬੰਨਣਾ, ਕਛਹਿਰਾ ਪਾਉਣਾ ਗੋਡਿਆਂ ਤੱਕ। ਜੰਗ ਜੁੱਧ ਵੀ ਹੋ ਜਾਣ ਤੇ ਕਛਹਿਰਾ ਜਿਹੜਾ ਸਾਡੀ ਇੱਜ਼ਤ ਦਾ ਪ੍ਰਤੀਕ ਆ। ਤਾਂ ਪਰ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਉਹ ਚਾਦਰੇ ਦੀ ਤਰ੍ਹਾਂ ਲੂੰਗੀ ਜਿਹੜੀ ਹੈ ਲੱਕ ਤੇ ਬੰਨੀ ਹੈ। ਬਾਹਰ ਖੀਸ ਕੋ ਖੋਲ ਵਿਸਾਲੇ, ਦਵੈ ਸਿਕੰਦ ਦਵੈ ਛੋਰਨ ਡਾਲੇ। ਤੇ ਫਿਰ ਉਹ ਖੇਸ ਚੱਕੀ ਉਹ ਸਿੱਖ ਦੇ ਹੱਥਾਂ ਤੋਂ, ਉਸ ਨੂੰ ਖੋਲਿਆ ਤੈਂ ਉਹਦੀ, ਖੋਲ ਕੇ ਤੇ ਸਤਿਗੁਰਾਂ ਨੇ ਇਸ ਤਰ੍ਹਾਂ ਮੋਢਿਆਂ ਤੇ ਰੱਖਿਆ, ਲਮਕਾਇਆ, ਅੱਧਾ ਮੂਹਰੇ ਤੇ ਅੱਧਾ ਪਿੱਛੇ। ਦੇਸ ਬਨਾਏ ਬੇਸ ਤਿਸ ਦੇਸ਼, ਖਰੇ ਪਏ ਗੁਰ ਫਬੇ ਬਵੇਸ਼। ਔਰ ਇਹ ਜਿਹੜਾ ਬੇਸ ਹੈ ਇਹ ਇਸ ਜੰਗਲ ਦੇ ਲੋਕਾਂ ਦਾ ਹੈ। ਖੇਸ ਲੈਣਾ, ਧੁੱਸਾ, ਧੁੱਸਾ ਕੀ ਹੁੰਦਾ ਭਲਾ? ਕੰਬਲ। ਧੁੱਸਾ ਲੈਣਾ, ਕੰਬਲ ਲੈਣਾ ਮੋਢਿਆਂ ਤੇ, ਕੰਬਲ ਦੀ ਗਲਾਤਰੀ ਮਾਰ ਲੈਣੀ, ਤੇੜ ਚਾਦਰਾ। ਗਰੀਬੀ ਸੀ ਨਾ ਲੋਕਾਂ ਕੋਲੇ, ਕੋਈ ਦਰਜੀ ਦੂਜੀ ਆਂਦਾ ਵੀ ਬਹੁਤਾ ਨਹੀਂ ਸੀ ਖਿਆਲ ਰੱਖਦੇ, ਜਿਹੋ ਜਿਹਾ ਮਿਲ ਗਿਆ ਪਹਿਨ ਲਿਆ। ਜੈਸਾ ਦੇਸ਼ ਵੈਸਾ ਭੇਸ ਇੱਥੇ ਲਿਖਿਆ ਭਾਈ ਸਾਹਿਬ ਜੀ ਨੇ। ਕਹਿੰਦੇ ਜੰਗਲੀ ਲੋਕਾਂ ਦੀ ਤਰ੍ਹਾਂ ਪਾਤਸ਼ਾਹ ਜੀ ਨੇ ਖੇਸ ਦੀ ਜਿਹੜੀ ਹੈ ਬੁਕਲਵਾਰੀ ਆ ਮੋਢਿਆਂ ਤੇ ਸਿੱਟਿਆ ਤੇ ਜਿਹੜੀ ਹੈ ਲੂੰਗੀ ਉਹ ਲੱਕ ਤੇ ਬੰਨੀ ਹੈ। ਮਾਨ ਸਿੰਘ ਸ਼੍ਰੀ ਪ੍ਰਭ ਸੁਣ ਪਨਿਓ, ਇਹ ਤਨਖਾ ਉਚਿਤ ਕ੍ਰਿਤ ਜਨਿਓ। ਔਰ ਬਾਦਸ਼ਾਹ ਕਹਿੰਦੇ ਕਿਉਂ ਭਾਈ ਸਿੰਘ ਉਹ ਵਧੀਆ ਲੱਗਦਾ ਹੈ? ਤੇ ਭਾਈ ਮਾਨ ਸਿੰਘ ਕਹਿੰਦਾ ਜੀ ਤੁਹਾਨੂੰ ਤਨਖਾਹ ਲੱਗੂਗੀ, ਤੁਸੀਂ ਸਾਨੂੰ ਰੋਕਿਆ ਨਹੀਂ ਹੈਗਾ ਵੀ ਆਪਾਂ ਚਾਦਰਾ ਨਹੀਂ ਬੰਨਣਾ, ਲੂੰਗੀ ਨਹੀਂ ਬੰਨਣੀ। ਹਾਂ ਕਹਿੰਦੇ ਇਹ ਤਾਂ ਫਿਰ ਤੁਸੀਂ ਤਨਖਾਹ ਵਾਲਾ ਕੰਮ ਕਰਤਾ ਅੱਜ। ਮੁਸਕਾਵਤ ਮੁਖ ਸ਼੍ਰੀ ਪ੍ਰਭ ਬਣੈ, ਨਿਤੇ ਸੁਚੀਤ ਖਾਲਸਾ ਬਣੈ। ਬਾਦਸ਼ਾਹ ਹੱਸ ਪਏ, ਕਹਿੰਦੇ ਮੈਂ ਵੀ ਦੇਖਦਾ ਸੀ ਪਤਾ ਤੁਹਾਡੇ ਇਹ ਗੱਲ ਯਾਦ ਹੈ ਕਿ ਨਹੀਂ ਹੈ, ਬਈ ਚਾਦਰਾ ਨਹੀਂ ਬੰਨਣਾ, ਸਿੰਘ ਨੇ ਚੋਲਾ ਪਾਉਣਾ ਔਰ ਗੋਡਿਆਂ ਤੱਕ ਲੰਬਾ ਕਛਹਿਰਾ ਪਾਉਣਾ। ਤੇ ਮੈਂ ਦੇਖਦਾ ਕਿ ਪਤਾ ਖੁਸ਼ੀ ਹੋਈ ਮੈਨੂੰ ਕਿ ਤੁਸੀਂ ਸੁਚੇਤ ਹੋ। ਗੁਣ ਗੁਰ ਕਹਿਓ ਦੇਸ਼ ਤਸ ਭੀਸ, ਲੂੰਗੀ 150 ਮੋਢੇ ਖੀਸ। ਅਸਲ ਵਿੱਚ ਸਿੱਖੋ ਇਹ ਜੈਸਾ ਦੇਸ਼ ਵੈਸਾ ਭੇਸ ਕਰਨਾ ਹੀ ਪੈਂਦਾ। ਕਈ ਵਾਰੀ ਇਹ ਜਿਹੜਾ ਦੇਸ਼ ਹੈ ਇਥੋਂ ਦਾ ਭੇਸ ਏਦਾਂ ਦਾ ਹੀ ਆ, ਤੇੜ ਲੂੰਗੀ ਤੇ ਮੋਢੇ ਖੇਸ। ਏਰ ਹਰੀ ਕੀ ਰਾਹ ਕਦਿਸ਼ ਕੋ, ਕੀਰੋ ਚਾਰਨ ਆਇਸ ਅਸ ਕੋ। ਔਰ ਇਸ ਹਰੀ ਕੇ ਕਿਸਾਨਾਂ ਨੂੰ ਪਾਤਸ਼ਾਹ ਨੇ ਕੋ ਹੁਕਮ ਲਾਇਆ, ਹੁਣ ਬੇਨਤੀ ਇਹਨਾਂ ਨੂੰ ਮੰਨਣੀ ਪੈਣੀ ਹੈ। ਐਸਾ ਹੁਕਮ ਸਤਿਗੁਰ ਨੇ ਕਿਹਾ ਹੈ। ਨਿਸ ਮੈਂ ਚੌਦਿਸ ਰਹੋ ਹਮਾਰੀ, ਜਾਗਰਤ ਵਿਚਰੋ ਹੋਤ ਸਕਾਰੇ। ਪਾਤਸ਼ਾਹ ਕਹਿੰਦੇ ਲੋ ਵੀ ਤੁਹਾਨੂੰ ਇੱਕ ਸੇਵਾ ਲਾਉਣੇ ਆ। ਹਾਂ ਮਹਾਰਾਜ ਤੁਸੀਂ ਰਾਤ ਨੂੰ ਸਾਡੇ ਉੱਤੇ ਪਹਿਰਾ ਦੇਣਾ, ਅਸੀਂ ਆਰਾਮ ਕਰਾਂਗੇ ਸਾਰੇ, ਮੇਰੇ ਸਿੰਘ ਵੀ ਸੌਂ ਜਾਣਗੇ, ਮੈਂ ਵੀ ਆਰਾਮ ਕਰਨਾ ਤੇ ਤੁਸੀਂ ਸਾਡੇ ਇੱਥੇ ਪਹਿਰਾ ਦੇਣਾ ਹੈ ਰਾਤ ਨੂੰ। ਸਾਵਧਾਨ ਬਨ ਸ਼ਸਤਰ ਧਾਰੀ, ਪਹਿਰਾ ਦੀਜੇ ਜਾਮਨ ਸਾਰੀ। ਸਾਵਧਾਨ ਹੋ ਕੇ ਸ਼ਸਤਰ ਲੈ ਕੇ ਸਾਡੇ ਆਸੇ ਪਾਸੇ ਸਾਡੇ ਘੋੜਿਆਂ ਦੀ ਸਾਡੀ ਰੱਖਿਆ ਕਰਨੀ ਹੈ, ਰਾਖੀ ਕਰਨੀ ਹੈ, ਪਹਿਰਾ ਦੇਣਾ ਸਾਰੀ ਰਾਤ। ਮਤ ਹਰੀ ਕੀ ਸੁਣਤ ਬਖਾਨੇ, ਇਹਾਂ ਨਾ ਹਮ ਕਿਸ ਤੇ ਡਰ ਮਾਨੈ। ਔਰ ਹਰੀ ਕੇ ਗੋਤ ਵਾਲੇ ਮਨੁੱਖ, ਇਹ ਹਰੀ ਕਾ ਗੋਤ ਹੈ ਇਹਨਾਂ ਦਾ, ਪਿੰਡ ਜਿਹੜਾ ਹੈ ਸਮੂ ਕਾ ਹੀ ਹੈ। ਤਾਂ ਹਰੀ ਕੇ ਗੋਤ ਵਾਲੇ ਜਿਹੜੇ ਲੋਕ ਹੈ ਇਹ ਕਹਿਣ ਲੱਗੇ ਨਹੀਂ ਨਹੀਂ ਮਹਾਰਾਜ ਇੱਥੇ ਕੋਈ ਖਤਰਾ ਨਹੀਂ ਹੈ, ਇੱਥੇ ਕੋਈ ਚੋਰੀ ਨਹੀਂ ਹੁੰਦੀ। ਤੋਪੀ ਨ ਕੀ ਜੋ ਚਿਤ ਸ਼ੰਕਾ, ਸੁਪਤੋ ਨਿਸਮੈ ਹੀਨ ਅਤੰਕਾ। ਆਰਾਮ ਨਾਲ ਸੌਂ ਜਾਓ, ਅਤੰਕ ਹੁੰਦਾ ਡਰ, ਡਰ ਕੱਢ ਕੇ ਸੌਂ ਜਾਓ, ਕੋਈ ਚੀਜ਼ ਨਹੀਂ ਹੱਲੇਗੀ। ਪੁਨ ਗੁਰ ਬੋਲੇ ਕਾਰ ਜ਼ਰੂਰ, ਪਹਿਰਾ ਦੇਬੋ ਬਨੇ ਜ਼ਰੂਰ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨਹੀਂ ਕੁਛ ਹੋਵੇ ਜਾਂ ਨਾ ਹੋਵੇ ਤੁਸੀਂ ਪਹਿਰਾ ਜ਼ਰੂਰ ਦੇਣਾ ਹੈ। ਮੋਦਨ ਬਾਰ ਨਾ ਮਾਨਿਓ ਬੈਨਾ, ਹਮਰੇ ਗ੍ਰਾਮ ਤਰਾਸ ਕਿਸ ਹੈ ਨਾ। ਉਹਨਾਂ ਨੇ ਦੁਬਾਰਾ ਫੇਰ ਗੱਲ ਕਰਤੀ, ਸਤ ਵਚਨ ਨਹੀਂ ਕਿਹਾ। ਮੂਰਖਾਂ ਨੇ ਕਹਿੰਦੇ ਨਹੀਂ ਨਹੀਂ ਮਹਾਰਾਜ ਸਾਡੇ ਪਿੰਡ ਕੋਈ ਖਤਰਾ ਨਹੀਂ, ਕੋਈ ਡਰ ਨਹੀਂ। ਸੁਪਤ ਜਥਾ ਸੁਖ ਰਾਤ ਬਿਤਾਵੋ, ਨਾਹਿਨ ਕੋ ਸ਼ੰਕਾ ਮਨ ਲਿਆਓ। ਐਵੇਂ ਨਾ ਤੁਸੀਂ ਡਰੋ, ਸ਼ੰਕਾ ਨਾ ਕਰੋ, ਆਰਾਮ ਨਾਲ ਸੌਂ ਜਾਓ। ਸੁਣ ਸਤਿਗੁਰ ਤਿਨ ਬਾਤ ਬੁਝਾਈ, ਹਮਰੇ ਸੰਗ ਸਿੰਘ ਸਮਦਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਪਤਾ ਕੀ ਗੱਲ ਹੈ, ਜਿਹੜੇ ਸਾਡੇ ਨਾਲ ਇਹ ਸਿੰਘ ਹਨ ਹੋਵੇ ਸੁਖਾ ਸ਼ਕ ਮਸਤਾਨੇ, ਨਹੀਂ ਨਿਸ਼ਾ ਮੈਂ ਜਾਗਰਣ ਠਾਨੇ। ਇਹ ਸ਼ੁਕਾ ਛੱਕ ਕੇ ਪੈ ਜਾਂਦੇ ਆ ਤੇ ਮੁੜ ਕੇ ਰਾਤ ਨੂੰ ਇਹਨਾਂ ਨੂੰ ਜਲਦੀ ਜਾਗਣੀ ਨੂੰ ਗੱਲ ਹੋ ਜੇ ਤਾਂ ਤੁਹਾਨੂੰ ਕਹਿਣਾ ਵੀ ਪਹਿਰਾ ਦੇ ਦਿਓ। ਜੇ ਚਾਕਰ ਬੈਰਾੜ ਕਨੇਰੇ, ਰਾਠ ਧਾੜਵੀ ਸਮ ਹਮ ਹੀਰੇ। ਔਰ
ਜਿਹੜੇ ਬਰਾੜ ਆਦि ਵੱਡੇ ਨੌਕਰ ਹਨ ਇਹਨਾਂ ਨੂੰ ਵੀ ਅਸੀਂ ਰਾਜ ਧਾਰਮੀਆਂ ਵਾਂਗ ਦੇਖਦੇ ਹਾਂ। प्रेम न मन में भय न माने अपनी इच्छा कारज ठाने। ਇਹ ਬਰਾੜ ਵੀ ਆਪਦੀ ਮਰਜ਼ੀ ਕਰਦੇ ਐ, ਨਾ ਡਰਦੇ ਐ ਸਾਥੋਂ ਤੇ ਨਾ ਪ੍ਰੇਮ ਕਰਦੇ ਹਨ। सुनता हरि के गुर की बात मानी पहरा दे हम रात। ਉਹ ਪਿੰਡ ਵਾਲੇ ਕਹਿੰਦੇ ਚਲੋ ਠੀਕ ਹੈ ਜੀ ਤੁਸੀਂ ਇੰਨਾ ਹੀ ਕਹਿੰਦੇ ਹੋ ਤਾਂ ਅਸੀਂ ਪਹਿਰਾ ਦੇ ਦਿੰਦੇ ਹਾਂ। मस्तक टेक गए निज डेरे डोगर दास उते तिन केरे। ਔਰ ਇਹਨਾਂ ਦੇ ਨੌਕਰ ਹੁੰਦੇ ਸੀ ਡੋਗਰ। ਇਹ ਮਾਲਕ ਸੀ ਹਰੀ ਕੇ ਗੋਤ ਵਾਲੇ, ਇਹਨਾਂ ਦੇ ਨੌਕਰ ਸੀ ਡੋਗਰ। ਇਹ ਮੱਥਾ ਟੇਕ ਕੇ ਘਰੇ ਚਲੇ ਗਏ ਖੇਸ ਭੇਟਾ ਕਰਕੇ। तिनके साथ सो गिरा उचारी गुर डिग पहुंचो निज निज वारी। ਉਹ ਦੇਖੋ ਕਿਰਪਾ ਤਾਂ ਇਹਨਾਂ ਦੇ ਕਰਨੀ ਸੀਗੀ ਪਰ ਇਹ ਕਿਰਪਾ ਲੈ ਨਾ ਸਕੇ। ਇਹ ਆਪਣੇ ਨੌਕਰਾਂ ਨੂੰ ਕਹਿੰਦੇ ਤੁਸੀਂ ਜਾਓ ਗੁਰੂ ਕੋਲੇ ਤੇ ਵਾਰੀ ਵਾਰੀ ਉੱਥੇ ਜਾ ਕਰਕੇ ਪਹਿਰਾ ਦੇਣਾ ਹੈ। पहरा दीजिए जागृत रहिए सकरी निसने निद्रा लहिए। ਨੌਕਰਾਂ ਨੂੰ ਆਪਣੇ ਨੌਕਰਾਂ ਨੂੰ ਕਹਿੰਦੇ ਹਰੀ ਕੇ ਵੀ ਤੁਸੀਂ ਜਾ ਕੇ ਉੱਥੇ ਸਾਰੀ ਰਾਤ ਪਹਿਰਾ ਦੇਣਾ ਹੈ, ਸੌਣਾ ਨਹੀਂ ਹੈਗਾ। सतगुर कर की खान रूपान सगल सिंह सुपति सुख ठान। ਔਰ ਸਤਿਗੁਰਾਂ ਨੇ ਭੋਜਨ ਛਕਿਆ, ਸਿੰਘਾਂ ਨੇ ਵੀ ਛਕਿਆ ਔਰ ਆਰਾਮ ਕਰਨ ਲੱਗੇ ਹਨ। डोगर आए गुरु डिग ठहरे चौदश खरे पय हित बैरी। ਔਰ ਹਰੀਕਿਆਂ ਦੇ ਭੇਜੇ ਹੋਏ ਨੌਕਰ ਜਿਹੜੇ ਡੋਗਰ ਸਨ ਉਹ ਸਤਿਗੁਰਾਂ ਦੇ ਚਾਰ ਛਪੇਰੇ ਪਹਿਰੇ ਤੇ ਖੜ ਗਏ। पहर जामनी बीती जाबे श्री मुख ते ऊंचे कहता बै। ਔਰ ਜਦੋਂ ਇੱਕ ਪਹਿਰ ਰਾਤ ਬਤੀਤ ਹੋਈ, ਹੁਣ ਸਤਿਗੁਰੂ ਪਾਤਸ਼ਾਹ ਤਾਂ ਸੁਚੇਤ ਹੀ ਆ ਹਮੇਸ਼ਾ। ਪਹਿਰ ਕੁ ਬਾਅਦ ਪਾਤਸ਼ਾਹ ਉੱਚੀ ਆਵਾਜ਼ ਦਿੰਦੇ ਹਨ। हरो हरि का जागत कोई पहरा देन आए के न कोई। ਉਹ ਭਾਈ ਹਰੀ ਕਿਉਂ ਜਾਗਦੇ ਹੋਗੇ ਨਹੀਂ, ਪਹਿਰੇ ਤੇ ਪਹੁੰਚੀ ਹੋ ਕੇ ਨਹੀਂ। कहत पै हम डोगर आए हित पहरे के तिनों पठाए। ਉਹ ਜਿਹੜੇ ਨੌਕਰ ਸੀ ਉਹਨਾਂ ਨੇ ਆਵਾਜ਼ ਦਿੱਤੀ ਜੀ ਅਸੀਂ ਡੋਗਰ ਹਾਂ, ਸਾਨੂੰ ਹਰੀ ਕਿਆ ਨੇ ਤੁਹਾਡੇ ਪਹਿਰਾ ਕਰਨ ਵਾਸਤੇ ਭੇਜਿਆ ਹੈ। सब जागृत है बन सबदान सुपतो आप गुरु भगवान। ਅਸੀਂ ਜਾਗਦੇ ਹਾਂ ਪਹਿਰੇ ਤਾਂ ਹਾਂ, ਤੁਸੀਂ ਆਰਾਮ ਨਾਲ ਸੌਂ ਜਾਓ। बख्शिश करियो चाहत है कोई भाग बिना किम प्राप्त होई। ਹੁਣ ਸਤਿਗੁਰੂ ਪਾਤਸ਼ਾਹ ਤਾਂ ਬਖਸ਼ਿਸ਼ ਕਰਨੀ ਚਾਹੁੰਦੇ ਸੀ ਤੇ ਬਿਨਾਂ ਭਾਗਾਂ ਤੋਂ ਮਿਲਦੀ ਨਹੀਂ ਕਹਿੰਦੇ। आधी रात बीती जब जानी ऊंची तुन ते प्रभु बखानी। ਜਦੋਂ ਦੋ ਪਹਿਰ ਬੀਤ ਗਏ ਮਤਲਬ ਅੱਧੀ ਰਾਤ ਹੋ ਗਈ, ਮੇਰੇ ਪ੍ਰੀਤਮ ਨੇ ਉੱਚੀ ਆਵਾਜ਼ ਵਿੱਚ ਫਿਰ ਕਿਹਾ आए के नहीं हरि का कोई हित सो जी ले बे इत सोई। ਉੱਚੀ ਆਵਾਜ਼ ਵਿੱਚ ਕਹਿੰਦੇ ਹੋ ਭਾਈ ਕੋਈ ਹਰੀ ਕਾ ਆਇਆ ਕਿ ਨਹੀਂ ਪਤਾ ਲੈਣ ਵਾਸਤੇ, ਪਹਿਰਾ ਦੇਣ ਵਾਸਤੇ। हम डोगर ठांडे तिन दास पहरा देत जागते पास। ਉਹ ਨੌਕਰ ਫਿਰ ਕਹਿੰਦੇ ਜੀ ਅਸੀਂ ਡੋਗਰ ਖੜੇ ਆ, ਤੁਹਾਡਾ ਪਹਿਰਾ ਦੇ ਰਹੇ ਆ। सोनस बिखे होत मद पानी सुपते सदन बिखे सुख ठानी। ਹੁਣ ਉਹ ਅਮੀਰ ਪੈਸੇ ਵਾਲੇ ਲੋਕ ਖਾਣ ਪੀਣ ਵਾਲੇ ਡੋਗਰ ਕਹਿੰਦੇ ਜੀ ਉਹ ਤਾਂ ਰਾਤ ਨੂੰ ਮਦ ਪਾਣੀ ਸ਼ਰਾਬ ਪੀਂਦੇ ਆ ਤੇ ਸ਼ਰਾਬ ਪੀ ਕੇ ਸੌਂ ਜਾਂਦੇ ਆ, ਉਹਨਾਂ ਨੂੰ ਹੋਸ਼ ਨਹੀਂ ਰਹਿੰਦੀ। दास तिनों के तथा तुम्हारे हम सब दान करे अब सारे। ਅਸੀਂ ਜਿਵੇਂ ਉਹਨਾਂ ਦੇ ਦਾਸ ਹਾਂ ਤੁਹਾਡੇ ਵੀ ਦਾਸ ਹਾਂ, ਫਿਕਰ ਨਾ ਕਰੋ ਸੌਂ ਜਾਓ, ਅਸੀਂ ਪਹਿਰੇ ਤੇ ਹਾਂ। और दूषण होए रात बिताई जाम रही जब कहो गुसाई। ਔਰ ਫਿਰ ਚੁੱਪ ਕਰ ਗਏ, ਪਾਤਸ਼ਾਹ ਜੀ ਵੀ ਪੈ ਗਏ। ਤਿੰਨ ਪਹਿਰ ਬਤੀਤ ਹੋ ਗਏ, ਤੀਜੇ ਪਹਿਰ ਪਾਤਸ਼ਾਹ ਜੀ ਨੇ ਫੇਰ ਕਿਰਪਾ ਕੀਤੀ ਆ। आए के नहीं हरि का बै लैपे हित पहरे सुत सबै। ਉਹ ਭਾਈ ਹਰੀ ਕਾ ਕੋਈ ਆਇਆ ਕਿ ਨਹੀਂ ਕੁਝ ਲੈਣ ਵਾਸਤੇ। ਬਾਬਾ ਫਰੀਦ ਕਹਿੰਦੇ ਫਰੀਦਾ ਪਿਛਲ ਰਾਤ ਨਾ ਜਾਗਿਓ ਜੀ ਵੰਦੜੋ ਮੋਏ ਓਏ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਓਏ। ਹੁਣ ਪਾਤਸ਼ਾਹ ਨੇ ਹਰੀ ਕਿਆਂ ਨੂੰ ਪਤਾ ਨਹੀਂ ਕੀ ਬਖਸ਼ਾ ਕਰਨੀਆਂ ਸੀ, ਵਾਰ-ਵਾਰ ਪੁੱਛਦੇ ਆ। ਤੀਜੀ ਵਾਰ ਫਿਰ ਕਹਿੰਦੇ ਆ ਕੋਈ ਹਰੀ ਕਾ ਆਇਆ ਕਿ ਨਹੀਂ ਕੁਝ ਲੈਣ ਵਾਸਤੇ। और डोगर बोले हम अहै पहरा दे सबदानी रहै। ਉਹ ਵਿਚਾਰੇ ਦਾਸ ਨੌਕਰ ਡੋਗਰ ਕਹਿਣ ਲੱਗੇ ਮਹਾਰਾਜ ਅਸੀਂ ਹੈਗੇ ਆ ਪਹਿਰੇ ਤੇ, ਸਾਵਧਾਨ ਆ, ਫਿਕਰ ਨਾ ਕਰੋ। इस छिन कौन हरि का आवे पी पी मद कर मह सुपतावे। ਇਸ ਵੇਲੇ ਕਿਹੜਾ ਹਰੀ ਕਾ ਇੱਥੇ ਆਉਂਦਾ ਏ, ਉਹ ਤਾਂ ਸ਼ਰਾਬ ਪੀ ਕੇ ਸੁੱਤੇ ਪਏ ਹੋਣਗੇ ਨਸ਼ੇ 'ਚ। हम हजूर रावर के खरे आज्ञा देहु तथा अब करे। ਅਸੀਂ ਤੁਹਾਡੇ ਸਾਹਮਣੇ ਖੜੇ ਆ, ਸਾਨੂੰ ਦੱਸੋ ਕੀ ਕਰਨਾ ਹੈ,
ਤੁਹਾਡਾ ਹੁਕਮ ਬਜਾਵਾਂਗੇ। सेवा कर है सर्व प्रकारी हम डोगर सगरे अनुसारी। ਅਸੀਂ ਤੁਹਾਡੇ ਅਨੁਸਾਰ ਹਾਂ, ਡੋਗਰ ਸਾਰੇ ਜਿਵੇਂ ਕਹੋਗੇ ਸੇਵਾ ਕਰਾਂਗੇ। सुनकर विनय समेत कृपाला दीन सबर तिनको तत्काला। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਡੋਗਰਾਂ ਨੂੰ ਫਿਰ ਬਚਨ ਕਰਦੇ ਆ, ਬਖਸ਼ਿਸ਼ ਕਰਦੇ ਆ, ਵਰ ਦਿੰਦੇ ਹਨ। बसते रहो तीन सनई नहीं चौदता तुमको दई। ਵਸਦੇ ਰਹੋ ਇੱਥੇ। ਅੱਜ ਤੋਂ ਤੁਸੀਂ ਮਾਲਕ ਹੋਏ ਤੇ ਹਰੀ ਕੇ ਨੌਕਰ ਹੋਏ। ਤੁਹਾਨੂੰ ਚੌਧਰਤਾ ਦਿੱਤੀ। ਚੌਧਰੀ ਕੌਣ ਹੁੰਦਾ ਸੀਗਾ? ਮੁਖੀ ਪਿੰਡ ਦਾ। ਹਰਿਆਣੇ ਵਿੱਚ ਹਜੇ ਵੀ ਚੌਧਰਪੁਣਾ ਚੱਲਦਾ। ਤਾਂ ਪਾਤਸ਼ਾਹ ਕਹਿੰਦੇ ਤੁਹਾਨੂੰ ਚੌਧਰਤਾ ਦਿੱਤੀ, ਅਸੀਂ ਅੱਜ ਤੋਂ ਵਸਦੇ ਰਹੋ। के तीर तीर जो देश होए तुहारो देश आशीष। ਇਹ ਨਦੀ ਦੇ ਕਿਨਾਰੇ ਕਿਨਾਰੇ ਜਿਹੜਾ ਇਲਾਕਾ ਹੈ ਇਹ ਸਾਰਾ ਡੋਗਰਾਂ ਦਾ ਦੇਸ਼ ਹੋਵੇਗਾ। ਇਸੇ ਡੋਗਰ ਵਸਣਗੇ ਔਰ ਇਹਨਾਂ ਦੀ ਮਲਕੀਅਤ ਹੋਵੇਗੀ। सुन कृपाल ते बख्शिश बानी निकट आए सब बंधन ठानी। ਇਹਨਾਂ ਬਚਨ ਸੁਣ ਕੇ ਉਹ ਸਾਰੇ ਨੌਕਰ ਨੇੜੇ ਆ ਗਏ ਤੇ ਨੇੜੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਚਰਨਾਂ ਵਿੱਚ ਮੱਥਾ ਟੇਕਦੇ ਹਨ। रावर की बच सदा स्थिर है देख दीन को बख्शन कर है। ਵਾਹ ਮਹਾਰਾਜ, ਤੁਸੀਂ ਤਾਂ ਸਰਬ ਕਲਾ ਸਮਰੱਥ ਹੋ। ਤੁਹਾਡੇ ਬਚਨ ਵੀ ਸਦਾ ਸੱਚ ਹਨ। ਆਪ ਜੀ ਨੇ ਸਾਨੂੰ ਗਰੀਬ ਨਿਮਾਣੇ ਦੇਖ ਕੇ ਜੋ ਬਖਸ਼ਿਸ਼ ਕੀਤੀ ਹੈ। तब ते दिन प्रत डोगर देश सने सने होए गयो आशीष। ਤਾਂ ਉਸ ਦਿਨ ਤੋਂ ਬਾਅਦ ਫਿਰ ਡੋਗਰਾਂ ਦੇ ਵਿੱਚ ਵਾਧਾ ਹੁੰਦਾ ਰਿਹਾ ਤੇ ਡੋਗਰ ਜਿਹੜੇ ਸਨ ਇਹਨਾਂ ਦੇ ਵਿੱਚ ਮਲਕੀਅਤ ਵੀ ਆਉਂਦੀ ਰਹੀ ਜ਼ਮੀਨਾਂ ਦੀ। ਇਹ ਮਾਲਕ ਵੀ ਬਣਨ ਲੱਗੇ। मोड हरि के सकीना लेहि गुर चित चाहत रहे कछ दे। ਗੁਰੂ ਚਾਹੁੰਦੇ ਸੀ ਕਿ ਹਰੀ ਕਿਆਂ ਨੂੰ ਕੁਛ ਦਈਏ। ਭਾਵਨੀ ਭਗਤ ਹੋਏ ਕੌਡੀ ਅਗਰ ਭਾਗ ਰਾਖੈ ਸਤਿਗੁਰੂ ਤਾਹੇ ਸਰਬ ਨਿਧਾਨ ਦਾਨ ਦੇਤ ਹੈ। ਪਤਾ ਨਹੀਂ ਉਹਨਾਂ ਦੀ ਸੇਵਾ ਤੇ ਖੁਸ਼ ਹੋਏ ਸੀ ਪਾਤਸ਼ਾਹ। ਪਤਾ ਨਹੀਂ ਉਹਨਾਂ ਦੇ ਖੇਸ ਲੂੰਗੀ ਤੇ ਖੁਸ਼ ਹੋ ਗਏ ਸੀਗੇ। ਇਸ ਕਰਕੇ ਕੁਝ ਦੇਣਾ ਚਾਹੁੰਦੇ ਸੀ ਪਰ ਹਰੀ ਕੇ ਪਹਿਰੇ ਤੇ ਨਾ ਆਏ। ਉਹ ਲੈ ਨਹੀਂ ਸਕੇ ਤੇ ਉਹਨਾਂ ਦੇ ਨੌਕਰ ਲੈ ਗਏ। सोच स्नान ठान कर पीर चढ़ प्रभ चाले होत सबीर। ਤਾਂ ਦਿਨ ਚੜ ਗਿਆ। ਡੋਗਰ ਘਰੋਂ ਘਰੀ ਚਲੇ ਗਏ ਬਖਸ਼ਾਂ ਲੈ ਕੇ। ਸਤਿਗੁਰੂ ਪਾਤਸ਼ਾਹ ਉੱਠੇ, ਸਿੰਘ ਉੱਠੇ, ਇਸ਼ਨਾਨ ਆਦि ਕੀਤਾ, ਘੋੜਿਆਂ ਤੇ ਸਵਾਰ ਹੋ ਕੇ ਚਾਲੇ ਪਾ ਦਿੱਤੇ ਜੀ। तक कोश लंग कर गए बिच उद्यान उतरते पए। ਔਰ ਕਈ ਕੋ ਲੰਘ ਕੇ ਰਸਤੇ ਵਿੱਚ ਜੰਗਲਾਂ ਵਿੱਚ ਹੀ ਰਾਤਾਂ ਬਿਤਾਉਂਦੇ, ਸਮਾਂ ਲੰਘਾਉਂਦੇ ਤੁਰੇ ਜਾ ਰਹੇ ਹਨ। बदरी बड़ो तरोवर खरियो तिसके तरे सिमर गुर करियो। ਜੰਗਲ ਦੇ ਵਿੱਚ ਇੱਕ ਵੱਡਾ ਦਰਖਤ ਆ ਗਿਆ ਬੇਰੀ ਦਾ। ਕਿਉਂਕਿ ਘਣੀ ਬੇਰੀ ਹੋਵੇ, ਖੁੱਲੀ ਵੱਡੀ ਹੋਵੇ ਤੇ ਉਹਦੇ ਥੱਲੇ ਗੁਰੂ ਪਿਆਰਿਓ ਠੰਡ ਵਗੈਰਾ ਤੋਂ ਵੀ ਬਚਤ ਹੋ ਜਾਂਦੀ ਹੈ। ਤੇ ਪਾਤਸ਼ਾਹ ਸਿੰਘਾਂ ਨੂੰ ਕਹਿੰਦੇ ਵੀ ਇੱਥੇ ਜਿਹੜਾ ਹੈ ਆਪਾਂ ਪੜਾ ਕਰੀਏ। एक रात तय बसे बिताई प्रभुन चढ़ी प्रांत हो आई। ਔਰ ਉਸ ਬੇਰੀ ਥੱਲੇ ਇੱਕ ਰਾਤ ਕੱਟੀ ਆ ਪਾਤਸ਼ਾਹ ਨੇ। ਦੂਜਾ ਦਿਨ ਚੜਿਆ, ਅੱਗੇ ਚੱਲ ਪਏ। तक कोस कीन परसथाना जाए पहुंचे तब एक थाना। ਇੱਥੋਂ ਚਾਲੇ ਪਾਏ ਤੇ ਅੱਗੇ ਇੱਕ ਸਥਾਨ ਤੇ ਪਹੁੰਚਦੇ ਹਨ। ग्राम वजीदपुरे तिस काला सैन समेत शिवर को काला। ਵਜੀਦਪੁਰੇ ਪਹੁੰਚ ਗਏ ਹਨ। ਸਤਿਗੁਰੂ ਪਾਤਸ਼ਾਹ ਚੱਲਦੇ ਚੱਲਦੇ ਵਜੀਦਪੁਰ ਆ ਕਰਕੇ ਪਾਤਸ਼ਾਹ ਕਹਿੰਦੇ ਲਓ ਵੀ ਇੱਥੇ ਪੜਾਅ ਕਰ ਲਓ ਹੁਣ। उतरे बंद तुरंगम दए सिंह गुरु डिग आवत पए। ਔਰ ਇੱਥੇ ਪਾਤਸ਼ਾਹ ਜੀ ਉਤਰੇ। ਸਿੰਘਾਂ ਨੇ ਵੀ ਘੋੜੇ ਲਾ ਦਿੱਤੇ, ਕਾਠੀਆਂ ਲਾ ਦਿੱਤੀਆਂ। ਪਾਤਸ਼ਾਹ ਕਹਿੰਦੇ पातशाह ते आमन करे पहुंचे इहा कसूरे तरे। ਔਰ ਉਤਰੇ, ਘੋੜਿਆਂ ਨੂੰ ਬੰਨ੍ਹ ਦਿੱਤਾ। ਗੁਰੂ ਕੇ ਕੋਲ ਸਿੰਘ ਆ ਗਏ ਪਾਤਸ਼ਾਹ ਤੇ ਸਤਿਗੁਰੂ ਕਹਿਣ ਲੱਗੇ ਮਹਾਰਾਜ ਇੱਧਰ ਆਏ ਹਾਂ, ਇੱਥੇ ਕਸੂਰ ਹੈ। ਕਸੂਰ ਦੇ ਚੱਲੇ ਹੋਏ ਇੱਥੇ ਪਹੁੰਚੇ ਹਾਂ ਆਪਾਂ। बाजी नौ बताए सुपुर बाई बसे पठान चमक समुदाई। ਇਸ ਇਲਾਕੇ ਵਿੱਚ ਪਠਾਨ ਵਸਦੇ ਆ। ਇੱਥੇ ਸਰਕਾਰਾਂ ਦੀਆਂ ਫੌਜਾਂ ਵੀ ਆਉਂਦੀਆਂ ਹਨ। श्री मुख ते फरमावन करियो तुरकन तेज भविष्यत हरियो। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਠੀਕ ਹੈ, ਜਿਹੜੀਆਂ ਇਹਨਾਂ ਦੀਆਂ ਨੌਬਤਾਂ ਵੱਜ ਗਈਆਂ। ਨੌਬਤ ਕੀ ਹੁੰਦਾ ਹੈ? ਢੋਲ ਖੜਕਾਉਣਾ, ਨਗਾਰਾ ਵਜਾਉਣਾ। ਕਹਿੰਦੇ ਹੁਣ ਇਹਨਾਂ ਦੇ ਨਗਾਰੇ ਵੱਜ ਚੁੱਕੇ ਐ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਢੋਲ ਨਗਾਰੇ ਵਜਾਉਣ ਵਾਲਾ ਕੋਈ ਨਹੀਂ ਬਚੇਗਾ। ਤੁਰਕਾਂ ਦਾ ਤੇਜ
ਤੁਰਕਾਂ ਦਾ ਪ੍ਰਤਾਪ ਤਾਂ ਖਤਮ ਕਰ ਦਿੱਤਾ ਹੈ। ਕਾਨੇ ਕਾਚੇ ਕ੍ਰਮ ਵਡੇਰੇ ਤੈ ਉਪਜੇਗੇ ਸਿੰਘ ਕਨੇਰੇ। ਹੁਣ ਸਾਡੇ ਕਾਨੇ ਕਾਛੇ ਭਾਵ ਇਸ ਇਲਾਕੇ ਦੇ ਵਿੱਚ ਆਸੇ-ਪਾਸੇ ਹਰ ਥਾਂ ਤੇ ਸਿੰਘਾਂ ਦਾ ਬੋਲਬਾਲਾ ਹੋਵੇਗਾ। ਜਿਵੇਂ ਇਹ ਜੰਗਲ ਹੈ ਏਦਾਂ ਸਿੰਘ ਹੋਣਗੇ। ਬਹੁਤ ਨੌਬਤਾਂ ਬਜੇ ਹਮਾਰੀ ਕੀਤਕ ਦਿਨ ਮੈਂ ਤਿਨੋ ਮਜਾਰੀ। ਥੋੜੇ ਦਿਨਾਂ ਦੇ ਵਿੱਚ ਹੀ ਸਿੰਘਾਂ ਦੇ ਢੋਲ ਵੱਜਣਗੇ, ਸਿੰਘਾਂ ਦੇ ਨਗਾਰੇ ਵੱਜਣਗੇ, ਸਾਡੀਆਂ ਨੌਬਤਾਂ ਵੱਜਣਗੀਆਂ, ਤੁਰਕਾਂ ਦਾ ਪ੍ਰਤਾਪ ਖਤਮ ਹੋਵੇਗਾ। ਹਿਮ ਬਰਤਾਵਰ ਤਿਸ ਥਲ ਖਰੇ ਤਿੱਤਰ ਏਕ ਆਵਾਜ਼ ਤਬ ਕਰੇ। ਇਹ ਬਤਰਾਵਤ ਇਉਂ ਗੱਲਾਂ ਬਾਤਾਂ ਕਰ ਰਹੇ ਸਤਿਗੁਰੂ ਸਿੰਘਾਂ ਦੇ ਨਾਲ। ਔਰ ਇਉਂ ਗੱਲਾਂ ਕਰਦਿਆਂ ਸਤਿਗੁਰਾਂ ਨੇ ਇੱਕ ਤਿੱਤਰ ਦੀ ਆਵਾਜ਼ ਸੁਣੀ ਹੈ। ਸੁਣ ਕਿਰਪਾਲ ਭਾਖਿਓ ਤੈ ਸਮੈ ਜਾ ਬੋਲਿਓ ਤਾਂ ਲੱਭਦਾ ਹਮੈ। ਤੇ ਜਦੋਂ ਤਿੱਤਰ ਦੀ ਆਵਾਜ਼ ਆਈ ਹੁਣ ਸਤਿਗੁਰ ਰਮਜਾ ਸਮਝਦੇ ਆ ਤੇ ਰਮਜਾ ਹੀ ਮਾਰਦੇ ਆ। ਕਹਿੰਦੇ ਆਹਾ ਆ ਲੱਭ ਗਿਆ, ਬੋਲਿਆ ਤੇ ਸਾਨੂੰ ਪਤਾ ਲੱਗ ਗਿਆ ਤੇਰਾ। ਹੈ ਪਰ ਤਬ ਅਰੋਹਨ ਹੋਏ ਕੀਨ ਪਿਆਨੋ ਸ਼ੀਗਰ ਸੋ ਜੋਏ। ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਜੀ ਨੇ ਉਸੇ ਵੇਲੇ ਕਿਹਾ ਲੱਭ ਗਿਆ, ਲੱਭ ਗਿਆ, ਤੇ ਘੋੜੇ ਤੇ ਚੜ ਗਏ। ਛੋੜਿਓ ਤਿਸ ਕੀ ਬਾਜ ਵਿਚਾਰੀ ਕਰੀ ਨਾ ਚਪਟ ਨਾ ਤਿਸ ਕੋ ਮਾਰੇ। ਇਹ ਸਤਿਗੁਰਾਂ ਦੇ ਬਾਜ ਵੀ ਨਾ ਪੜੇ ਪੜਾਏ ਹੁੰਦੇ ਸੀਗੇ। ਜੇ ਬਾਜ ਨੂੰ ਕਹਤਾ ਮਾਰਨਾ ਨਹੀਂ ਤੇ ਫਿਰ ਉਹ ਸਾਬਤਾ ਲਿਆਉਂਦਾ ਬਿਨਾ ਮਾਰੇ ਤੋਂ। ਤੇ ਕਹਿੰਦੇ ਉਸ ਤਿੱਤਰ ਨੂੰ ਫੜਨ ਦੀ ਤਿਆਰੀ ਕੀਤੀ ਹੈ। ਉਹਨ ਕਹਿ ਕਰ ਕੂਕਰ ਛੁਟਵਾਏ ਬਿਕ ਤਿੱਤਰ ਕੋ ਪਿਛੇ ਤਾਏ। ਔਰ ਇਹਨਾਂ ਜਾਨਵਰਾਂ ਨੂੰ ਤੇ ਸਿੰਘਾਂ ਨੂੰ ਕਿਹਾ ਵੀ ਇਸ ਤਿੱਤਰ ਨੂੰ ਫੜ ਕੇ ਲਿਆਓ। ਚਾਰਨ ਬਿਕੀ ਜਾਏ ਕਰ ਥਿਰਿਓ ਬਾਹਰ ਨਿਕਾਰਿਓ ਉੱਡਿਓ ਕਰਿਓ। ਔਰ ਇਹ ਆਪਣੀ ਜਾਨ ਬਚਾਉਣ ਵਾਸਤੇ ਝਾੜਾ ਮਣਿਆਂ ਵਿੱਚ ਲੁਕਣ ਲੱਗਿਆ। ਉਥੋਂ ਜਾਨਵਰਾਂ ਨੇ ਕੱਢਿਆ ਫਿਰ ਗਾਂ ਭਜਣਾ ਹੈ। ਪੀਛੇ ਕੇਤਕ ਸਿੰਘ ਨਾ ਸਾਥ ਚਲੇ ਜਾਏ ਤੂਰਨ ਜਗਨਾਥ। ਕਹਿੰਦੇ ਪਾਤਸ਼ਾਹ ਆਪਣਾ ਘੋੜਾ ਹੀ ਇਹਦੇ ਮਗਰ ਲਾ ਲਿਆ ਹੈ, ਪਿੱਛੇ ਬਾਜ ਛੱਡਦਾ ਹੈ, ਭਜਾਈ ਜਾਂਦਾ ਬਾਜ ਇਹਨਾਂ ਨੂੰ। ਘੋੜਾ ਆਪਣਾ ਸਤਿਗੁਰੂ ਭਜਾਈ ਜਾਂਦੇ ਆ, ਸਿੰਘ ਰਹਿ ਗਏ ਪਿੱਛੇ। ਕਰਤ ਬੇਗ ਤੇ ਜਾਏ ਉਡਾਰੀ ਥਕਤ ਛਪੇ ਬਿਕ ਝਾਰਨ ਝਾਰੀ। ਔਰ ਇਹ ਬੜਾ ਉੱਡਦਾ, ਜੋ ਉੱਡ ਜਾਂਦਾ ਫਿਰ ਡਿੱਗ ਪੈਂਦਾ, ਡਿੱਗ ਕੇ ਮਲਿਆਂ ਵਿੱਚ ਲੁਕ ਜਾਂਦਾ। ਤੇ ਪਾਤਸ਼ਾਹ ਜੀ ਵੀ ਇਹਦਾ ਪਿੱਛਾ ਨਹੀਂ ਛੱਡ ਰਹੇ। ਬਹੁਤ ਬਲੋਕੇ ਖੋਜਨ ਕਰੈ ਨਿਕਸਤੀ ਉੱਡ ਕਰ ਚਲ ਪਰੈ। ਤੇ ਜਦੋਂ ਲੱਭ ਲੈਂਦੇ ਉਹ ਫੇਰ ਨਿਕਲ ਕੇ ਉੱਡ ਪੈਂਦਾ। ਦਬ ਕੇ ਬਾਹਰ ਥਾਏ ਕੋ ਪਾਏ ਝਾਰੀ ਝਾਰਨ ਝਾਰੇ ਜਾਏ। ਉਹ ਡਰਦਾ ਹੋਇਆ ਫਿਰ ਕਿਸੇ ਮਲੇ 'ਚ ਲੁਕ ਜਾਂਦਾ। ਕਈ ਕੋਸ਼ਿਸ਼ ਬਿਦ ਚਲ ਗਏ ਥਕਤ ਤੁਰੰਗਮ ਪੀਤਬ ਪਏ। ਔਰ ਇਉਂ ਕਈ ਕੋ ਕਹਿੰਦੇ ਉਸ ਤਿੱਤਰ ਦੇ ਮਗਰ ਪਾਤਸ਼ਾਹ ਨੇ ਘੋੜਾ ਭਜਾਇਆ। ਪਕਰਿਓ ਜਾਓ ਜਤਨ ਬਹੁ ਕਰਕੇ ਕਹਿ ਕਰ ਪਰ ਉਕਰਾਏ ਸੁਧਰ ਕੇ। ਔਰ ਫਿਰ ਸਤਿਗੁਰੂ ਪਾਤਸ਼ਾਹ ਨੇ ਅਖੀਰ ਉਹ ਤਿੱਤਰ ਨੂੰ ਕਹਿੰਦੇ ਫੜ ਲਿਆ। ਪੁਨ ਛਰਵਾਵੋ ਤੀਤਰ ਆਇਆ ਬਾਜ ਜੀਤ ਕੋ ਪਖਣ ਲਾਗਾ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਤਿੱਤਰ ਫੜ ਲਿਆ ਪੈਰਾਂ ਤੋਂ ਤੇ ਬੈਠ ਗਏ। ਤੇ ਜਿਹੜਾ ਬਾਸ ਸੀ ਸਤਿਗੁਰਾਂ ਨਾਲ ਉਹਨੂੰ ਹੁਕਮ ਦੇਤਾ ਵੀ ਖਾ ਇਹਨੂੰ। ਪਾਤਸ਼ਾਹ ਨੇ ਤਿੱਤਰ ਨੂੰ ਇੱਥੋਂ ਪੈਰਾਂ ਤੋਂ ਫੜਿਆ। ਵਜੀਦਪੁਰਾ ਫਾਜ਼ਿਲਕਾ ਦੇ ਇਲਾਕੇ 'ਚ ਪੈਂਦਾ। ਤਾਂ ਪੈਰਾਂ ਤੋਂ ਫੜਿਆ, ਹੱਥ ਵਿੱਚ ਤਿੱਤਰ ਮਾਰਿਆ ਨਹੀਂ, ਜਿਉਂਦਾ ਹੀ ਆ। ਤੇ ਬਾਜ ਨੂੰ ਕਹਿੰਦੇ ਖਾ। ਤੇ ਬਾਜ ਉਹਦੇ ਫੰਗ ਪੱਟਣ ਲੱਗਿਆ। ਤੋਰ ਤੋਰ ਆਮਕ ਤਿਸ ਕੀਰਾ ਖਾਈ ਜਾਤ ਦੇ ਕਸ਼ਟ ਬਡੇਰਾ। ਉਹ ਜਿਉਂਦੇ ਹੋਏ ਨੂੰ ਖਾ ਰਿਹਾ। ਪਹਿਲਾਂ ਖੰਭ ਪੱਟ ਤੇ ਫਿਰ ਉਹਦਾ ਮਾਸ ਪੱਟ ਕੇ ਖਾਣ ਲੱਗਿਆ ਬਾਜ। ਆਪਨ ਹਜੂਰ ਖੁਲਾਵੋ ਖਰੇ ਪਲ ਬੋਟੀ ਕਾਟਤ ਭਖ ਕਰੇ। ਤੇ ਸਤਿਗੁਰੂ ਆਪਣੇ ਹੱਥੀ ਉਹਦੀ ਬੋਟੀ ਕਰਕੇ ਜਿਉਂਦੇ ਤਿੱਤਰ ਦੀ ਤੜਫਦੇ ਹੋਏ ਦੀ ਬਾਜ ਨੂੰ ਖਵਾ ਰਹੇ ਨੇ। ਦਾਨ ਸਿੰਘ ਬੋਲਿਓ ਬਿਕ ਠਾਂਡੀ ਆਪ ਪਰੁੱਤ ਆਪ ਪ੍ਰਭ ਤਮ ਹੋ ਬੜ ਬਾਟੇ। ਡਾਢਾ ਹੁੰਦਾ ਹੈਗਾ ਮਹਾਰਾਜ, ਬੜਾ ਭਿਆਨਕ ਗੱਲ ਹੈ ਇਹ ਤਾਂ। ਕੀ ਕਿ ਮਹਾਰਾਜ ਤੁਸੀਂ ਇਹ ਕੀ ਕਰੀ ਜਾਂਦੇ ਹੋ? ਤੁਸੀਂ ਬਾਜ ਨੂੰ ਤਿੱਤਰ ਖਵਾਉਣਾ, ਮਾਰ ਕੇ ਫੜਾ ਦਿਓ। ਇਹ ਤੜਫਦਾ ਹੋਇਆ ਕਿਉਂ ਫੜਾਇਆ ਇਸ ਨੂੰ? ਕੋਈ ਨਾ ਕਿਛ ਕਹਿ ਸਾਕੇ ਕੈਸੇ ਅਬ ਢਾਡੀ ਕ੍ਰਿਤ ਕੀਨਸ ਜੈਸੇ। ਛੋਡੀਆਂ ਤੁਸੀਂ ਜਾਣੋ, ਤੁਸੀਂ ਵੀ ਬੜੇ ਡਾਢੇ ਹੋ। ਇਹ ਕੈਸੀ ਕਿਰਤ ਹੈ? ਹੱਥ ਵਿੱਚ ਫੜਿਆ ਹੋਇਆ ਤਿੱਤਰ ਤੜਫ ਰਿਹਾ, ਬਾਜ ਇਹਨੂੰ ਤੋੜ ਰਿਹਾ,
ਤੁਸੀਂ ਮਾਰ ਕੇ ਦੇ ਦਿਓ, ਜੇ ਇਹਨੂੰ ਖਵਾਉਣਾ ਹੀ ਹੈ ਤਾਂ ਇਹਦਾ ਕਾਰਨ ਕੀ ਹੈ ਸਾਨੂੰ ਦੱਸੋ। इतने कीन दौर किस मेरा कहा शेर को हेर अब खीरा। ਇਹ ਤਿੱਤਰ ਦੇ ਮਗਰ ਇੰਨਾ ਘੋੜਾ ਕਿਉਂ ਭਜਾਇਆ? ਇਹ ਕਿਹੜਾ ਸ਼ੇਰ ਦਾ ਸ਼ਿਕਾਰ ਕਰਨਾ ਸੀਗਾ, ਪਾਈਏ ਕਿਹੜਾ ਤਿੱਤਰ ਆ ਜਿਹਦੇ ਮਗਰ ਇੰਨਾ ਘੋੜਾ ਭਜਾਇਆ। ਭਾਈ ਦਾਨ ਸਿੰਘ ਕਹਿੰਦਾ ਪਾਈਏ ਕਿਹੜਾ ਤਿੱਤਰ ਆ, ਤੁਸੀਂ ਇਹਦੇ ਮਗਰ ਇੰਨਾ ਘੋੜਾ ਕਿਉਂ ਭਜਾਇਆ? एक तितर के ताए बिचारे दिए हुसाए तरंगम सारे। ਔਰ ਤੁਸੀਂ ਵੀ ਥੱਕ ਗਏ, ਘੋੜੇ ਵੀ ਥਕਾ ਦਿੱਤੇ ਸਾਰੇ। जे शिकार की चाह करते तीतर सहे अनेक हनंते। ਜੇ ਸ਼ਿਕਾਰ ਹੀ ਕਰਨੇ ਸੀ ਤੇ ਇਹਨੇ ਇੱਕ ਤਿੱਤਰ ਮਗਰ ਇੰਨਾ ਭੱਜਣ ਦੀ ਕੀ ਲੋੜ ਸੀਗੀ? ਆਪਾਂ ਹੋਰ ਘੇਰ ਲੈਂਦੇ, ਇੱਥੇ ਖਰਗੋਸ਼ ਸਹੇ ਤਿੱਤਰ ਕਿੰਨੇ ਜੰਗਲ 'ਚ ਹੋਣਗੇ, ਤੁਸੀਂ ਇਹ ਇਕੱਲੇ ਮਗਰ ਕਿਉਂ ਭੱਜੇ? श्री मुक्ति कहते समझायो दान सिंह सुनियो जिमकायो। ਬਾਦਸ਼ਾਹ ਕਹਿੰਦੇ ਦਾਨਸਿਆਂ ਦੇ ਵਿੱਚ ਵੀ ਕੋਈ ਰਾਜ ਆ ਸੁਣ ਤੈਨੂੰ ਮੈਂ ਦੱਸਾਂ। नहीं चाहो कुछ करन शिकारा इस लग कार्य हो तो हमारा। ਸਾਨੂੰ ਇਹਦਾ ਕੋਈ ਸ਼ਿਕਾਰ ਕਰਨ ਦਾ ਸ਼ੌਕ ਨਹੀਂ ਸੀਗਾ। ਇਹ ਮਜੀਦਪੁਰ ਦੇ ਇਲਾਕੇ ਦੇ ਵਿੱਚ ਇਹਦਾ ਕਾਰਨ ਸੀ ਇਸ ਤਿੱਤਰ ਨੂੰ ਫੜਨ ਦਾ, ਤੇ ਕਾਰਨ ਸੀ ਜਿਉਂਦਾ ਬਾਜ ਦੇ ਹਵਾਲੇ ਕਰਨ ਦਾ। आसी जब कबीर सुन करे दान सिंह पुन भूजन करे। ਇਹ ਗੱਲ ਸੁਣ ਕੇ ਦਾਨ ਸਿੰਘ ਥੋੜਾ ਸੁਚੇਤ ਹੋਇਆ, ਕਹਿੰਦਾ ਮਹਾਰਾਜ ਇਹੋ ਜਿਹਾ ਕਿਹੜਾ ਕਾਰਨ ਸੀ ਇਹ ਤਿੱਤਰ ਦਾ, ਸਾਨੂੰ ਦੱਸਣਾ ਕਰੋ। पातशाह देव सकल सुनाए किस कारण ते तकताए। ਉਹ ਕਿਹੜਾ ਕਾਰਨ ਹੈ ਜਿਸ ਕਰਕੇ ਤੁਸੀਂ ਇਸ ਤਿੱਤਰ ਦੇ ਮਗਰ ਇੰਨੇ ਭੱਜੇ? श्री मुक्ति कहो सुनो इस काज तितर जाट बाणिया बाज। ਕਹਿੰਦੇ ਸੁਣ, ਇਹ ਜਿਹੜਾ ਤਿੱਤਰ ਹੈ ਇਹ ਜੱਟ ਸੀਗਾ, ਤੇ ਜਿਹੜਾ ਸਾਡਾ ਬਾਜ ਹੈ ਜਿਹਨੂੰ ਮੈਂ ਖਵਾਇਆ ਤਿੱਤਰ, ਇਹ ਬਾਣੀਆਂ ਸੀਗਾ ਕਿਸੇ ਵੇਲੇ। पूर्व जन्म होते न रही जाट कर जिले बनिए ते ही। ਔਰ ਇਹ ਜੱਟ ਨੇ ਤਿੱਤਰ ਨੇ ਇਹ ਬਾਣੀਏ ਬਾਜ ਤੋਂ ਕਰਜ਼ਾ ਲਿਆ ਵਾ ਸੀ। अपर ग्राम में बस्यो सुजाए बनिए गयो लग्यो कब ताए। ਔਰ ਕਰਜ਼ਾ ਲੈ ਕੇ ਕਰਜ਼ਾ ਮੋੜਿਆ ਨਾ, ਕਈ ਵਾਰੀ ਮੰਗਿਆ ਇਹਨੇ ਕਰਜ਼ਾ ਨਾ ਦਿੱਤਾ, ਦੂਜੇ ਪਿੰਡ ਜਾ ਕੇ ਵਸ ਗਿਆ, ਬਾਣੀਆਂ ਮਗਰ ਗਿਆ ਕਰਜ਼ਾ ਲੈਣ ਵਾਸਤੇ। गर्भ दे बिनता जो न तोही दगा क्यों करके संग मोही। ਔਰ ਬਾਣੀਏ ਨੇ ਜਾ ਕੇ ਬਾਹ ਫੜ ਲਈ, ਕਹਿੰਦਾ ਮਿੱਤਰਾ ਹੁਣ ਜਾਂ ਤਾਂ ਮੇਰੇ ਪੈਸੇ ਦੇ, ਉਹਨਾਂ ਚਿਰ ਮੈਂ ਤੈਨੂੰ ਛੱਡਦਾ ਨਹੀਂ। ਤੂੰ ਪਿੰਡ ਵੀ ਛੱਡ ਕੇ ਆ ਗਿਆ, ਮੇਰੇ ਨਾਲ ਦਗਾ ਕਰਕੇ ਆਇਆ, ਧੋਖਾ ਕਰਕੇ ਆਇਆ। जाट कहे अब के देव छोर देवो लग विराट का तोर। ਔਰ ਇਹ ਤਿੱਤਰ ਰੂਪੀ ਜੱਟ ਕਹਿਣ ਲੱਗਿਆ ਮਿੱਤਰਾ ਹੁਣ ਛੱਡ ਦੇ, तेरी कौडी कौडी पैसा पैसा चुकाऊंगा, कर्जा दे दूंगा। सुन बनिए के जामन दीजै छुट कर जाओ सदन मग लीजै। और ओहो जी ने पैसे लेने सीगे, ओ कहंदा मैनू कोई हुण विचारे विचोला दे, कोई जामन दे, हुण तां मैं तैनू छड्डदा नहींगा, ਇੱਥੇ ਜਾਮਣ ਦੇ ਮੈਨੂੰ, ਫੇਰ ਤੈਨੂੰ ਛੱਡੂੰਗਾ, ਜੇ ਤੂੰ ਨਹੀਂ ਦੇਗਾ ਮੈਂ ਤੇਰੇ ਜਾਮਣ ਨੂੰ ਫੜੂੰਗਾ। ਕਹੇ ਜਾਟ ਕੋ ਜਾਮਣ ਮੇਰੋ ਗੁਰਬਿਨ ਏਠਾ ਆਣ ਨਾ ਹੀਰੋ। ਔਰ ਉਹ ਕਹਿਣ ਲੱਗਿਆ ਇੱਥੇ ਮੇਰਾ ਕੌਣ ਹੈ ਗੁਰੂ ਤੋਂ ਬਗੈਰ, ਗੁਰੂ ਹੀ ਮੈਨੂੰ ਜਾਣਦਾ, ਮੈਂ ਗੁਰੂ ਨੂੰ ਜਾਣਦਾ, ਤੂੰ ਵੀ ਮੇਰੇ ਗੁਰੂ ਨੂੰ ਜਾਣਦਾ, ਮੈਂ ਗੁਰੂ ਦਾ ਸਿੱਖ, ਬਸ ਉਹੀ ਜਾਮਣ ਹੈ ਆਪਣਾ। ਸੁਣ ਬਣੀ ਕਹਿ ਧਰਮ ਰਖੀਜੈ ਗੁਰ ਕੋ ਹੀ ਜਾਮਣ ਕਰ ਦੀਜੈ। ਬਾਣੀਆਂ ਕਹਿੰਦਾ ਦੇਖ ਲਾ ਤੂੰ ਗੁਰੂ ਨੂੰ ਜਾਮਣ ਬਣਾਇਆ, ਹੁਣ ਆਪਣੇ ਵਿਚਾਲੇ ਗੁਰੂ ਹੈ, ਐਸਾ ਨਾ ਹੋਵੇ ਕਿਤੇ ਗੁਰੂ ਨੂੰ ਵੀ ਝੂਠਾ ਪਾ ਦੇਵੇਂ। ਮੁਝ ਕੋ ਤੇ ਜਾਮਣ ਛੁੱਟ ਗਿਓ ਨੈ ਤਨ ਦਿਓ ਮ੍ਰਿਤਕ ਪੁਨ ਪਿਓ। ਉੱਥੇ ਦਾਨਸਿਆ ਮੈਨੂੰ ਜਾਮਣ ਬਣਾਤਾ ਇਹਨੇ, ਪੈਸੇ ਦਿੱਤੇ ਨਹੀਂ ਉਸ ਬਾਣੀਆਂ ਦੇ, ਗੁਰੂ ਦੀ ਜਾਮਣੀ ਪਾਤੀ, ਭਾਵ ਗੁਰੂ ਦੀ ਸਹੁੰ ਪਾਉਣੀ ਸੱਚੀ ਜਾਂ ਝੂਠੀ ਹੈ, ਗਲਤ ਹੈ, ਕਹੋ ਸਤਨਾਮ ਨਹੀਂ ਪਾਉਣੀ ਚਾਹੀਦੀ। ਗੁਰੂ ਸਾਹਿਬ ਇਹ ਸਿੱਖਿਆ ਦਿੰਦੇ ਐ ਇਸ ਰਾਹੀਂ, ਕਹਿੰਦੇ ਪਾਤਸ਼ਾਹ ਕਹਿੰਦੇ ਮੇਰੀ ਜਾਮਣੀ ਦੇ ਦਿੱਤੀ ਹੈ, ਪੈਸੇ ਮੋੜੇ ਨਹੀਂ ਤੇ ਮਰ ਗਿਆ। आहे बाज को पूरब ज्ञाता हमरो हाथ स्पर्शे गाता। ਔਰ ਇਹ ਜਿਹੜਾ ਬਾਣੀਆਂ ਸੀ ਇਹ ਬਾਜ ਬਣ ਗਿਆ, ਤੇ ਜਦੋਂ ਇਹ ਮੇਰੇ ਕੋਲ ਆ ਗਿਆ ਤੈਨੂੰ ਪੂਰਬਲੇ ਜਨਮ ਦੀ ਗਿਆਤ ਹੋ ਗਈ। मैं तितर को इसने मारा देहो जामन ते निर्धारा। ਔਰ ਇਹ ਬਾਜ ਜਾਮਣ ਕੋਲੇ ਪਹੁੰਚ ਗਿਆ, ਭਾਵ ਮੇਰੇ ਕੋਲੇ ਪਹੁੰਚ ਗਿਆ। ਇਹਨੇ ਤਿੱਤਰ ਨੂੰ ਕੁਛ ਨਹੀਂ ਕਿਹਾ, ਤਿੱਤਰ ਨੂੰ ਨਹੀਂ ਮਾਰਿਆ, ਇਹ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦਾ ਮੇਰਾ ਹਿਸਾਬ ਕਿਤਾਬ ਕਰਾ। ਹੁਣ ਜੇ ਆਪਾਂ ਕਿਸੇ ਦਾ ਪੈਸੇ ਦੇਣੇ ਹੋਣ ਤੇ ਪੈਸਾ ਕੋਲੇ ਹੋਵੇ ਨਾ, ਦੇਣ ਵਾਸਤੇ ਅਗਲਾ ਵਾਰ-ਵਾਰ ਆਵੇ ਜੀ ਪੈਸੇ ਦਿਓ, ਤੇ ਕਈ ਵਾਰੀ ਮੂੰਹ ਚੋਂ ਨਿਕਲਦਾ ਹੁਣ ਮੇਰਾ ਮਾਸ ਵੱਢਦਾ, ਪੈਸੇ ਤਾਂ ਹੈ ਨਹੀਂ, ਕਹੋ ਸਤਨਾਮ।
ਉਹ ਗੱਲ ਅੱਜ ਸਤਿਗੁਰ ਨੇ ਪੂਰੀ ਕੀਤੀ ਹੈ। ਕਹਿੰਦੇ ਇਸੇ ਕਰਕੇ ਬਾਜ ਨੂੰ ਜਿਉਂਦਾ ਤਿੱਤਰ ਖਵਾਇਆ। ਜੀ ਤਾਂ ਮਾਰ ਕਹਿੰਦੇ ਫਿਰ ਤੋਂ ਆਤਮਾ ਫਿਰ ਭੱਜ ਜਾਂਦੀ, ਫਿਰ ਤਾਂ ਰੂਹ ਉੱਡ ਜਾਂਦੀ ਨਾ ਜੇ ਮਾਰ ਦਿੰਦੇ। ਇਸ ਕਰਕੇ ਰੂਹ ਦੇ ਵੇਖਦਿਆਂ ਰੂਹ ਦੇ ਸਰੀਰ ਦਾ ਮਾਸ ਤਿੱਤਰ ਦਾ ਬਾਜ ਨੂੰ ਖਵਾ ਕੇ ਹਿਸਾਬ ਕਿਤਾਬ ਬਰਾਬਰ ਕੀਤਾ ਤੇ ਆਪਣੀ ਜਾਮਣੀ ਖਤਮ ਕੀਤੀ ਹੈ। ਆਪਣੇ ਆਪਨ ਜਾਮਨੀ ਲਾਹੀ ਜੀਅਤ ਦਿਉਗੈ ਵੱਡ ਵੱਡ ਖਾਹੀ। ਦੇਖ ਆਪਾਂ ਜਿਉਂਦਾ ਫੜਾਤਾ। ਹੁਣ ਜਿਹੜਾ ਗਵਾਹ ਵਿਚਾਲੇ ਪੈਂਦਾ ਉਹ ਇਸੇ ਵਾਸਤੇ ਬਦਲੇ ਵੀ ਮੈਨੂੰ ਦੇ ਕਿੱਥੇ ਆ ਬੰਦਾ ਉਹ, ਤੇ ਆਪਾਂ ਜਿਉਂਦਾ ਫੜਾਤਾ ਇਹਨੂੰ ਵੀ ਲੈ ਮਿੱਤਰਾ ਆ ਤੇਰਾ ਹੈਗਾ ਦੋਸ਼ੀ ਤੇ ਇਹਦੇ ਨਾਲ ਹਿਸਾਬ ਕਿਤਾਬ ਆਪ ਹੀ ਕਰਨਾ। ਹੁਣ ਆਪਾਂ ਜਿਉਂਦਾ ਫੜਾਤਾ ਤੇ ਬਾਜ ਨੇ ਜਿਉਂਦੇ ਦਾ ਮਾਸ ਖਾਦਾ ਤੋੜ ਕੇ। ਇਹ ਦੋਨਾਂ ਦਾ ਹਿਸਾਬ ਕਿਤਾਬ ਬਰਾਬਰ ਕਰਕੇ ਆਪਾਂ ਆਪਣੀ ਜਾਮਣੀ ਤੋਂ ਸੁਰਖਰੂ ਹੋ ਗਏ ਆ। ਸੁਣ ਕਰ ਦਾਨ ਸਿੰਘ ਕਰ ਜੋਰੇ ਪਰਿਓ ਚਰਨ ਪਰ ਪ੍ਰਭੂ ਨੇ ਹੋਰੇ। ਤੇ ਗੁਰਦੁਆਰਾ ਜਾਮਨੀ ਸਰ ਸਾਹਿਬ ਅੱਜ ਵੀ ਉੱਥੇ ਸੁਭਾਏਮਾਨ ਹੈ ਵਜੀਦਪੁਰ ਦੇ ਵਿੱਚ। ਤਾਂ ਗੁਰੂ ਪਿਆਰਿਓ ਇਸ ਤਰ੍ਹਾਂ ਦਾਨ ਸਿੰਘ ਜਿਹੜਾ ਬੜਾ ਹੈਰਾਨ ਹੋਇਆ ਕਿ ਸਤਿਗੁਰੂ ਪਾਤਸ਼ਾਹ ਵੀ ਕਮਾਲ ਦੇ ਆ, ਆਪਣੀਆਂ ਸਾਰੀਆਂ ਸਿਰ ਤੇ ਭਾਰ ਲਾ ਕੇ ਜਾਣਗੇ ਜਿਹੜੇ ਵੀ ਕਿਸੇ ਨੇ ਚੜਾਏ ਹੋਏ ਨੇ। ਤੇ ਇਹ ਪੈਰੀ ਪੈ ਗਿਆ, ਨਾਲੇ ਨਮਸਕਾਰਾਂ ਕਰਦਾ, ਮੱਥਾ ਟੇਕਦਾ, ਕਹਿੰਦਾ ਧੰਨੋ ਧੰਨੋ। ਸਨਮੁਖ ਬੋਲਿਓ ਹੈ ਗੁਰ ਭੂਲਾ ਬਖਸ਼ੋ ਮੋਹਿ ਦਾਸ ਅਨਬੂਲਾ। ਔਰ ਫਿਰ ਦਾਨ ਸਿੰਘ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਿਓ, ਮੈਂ ਤੁਹਾਡੇ ਸਾਹਮਣੇ ਬੋਲਿਆ, ਭਾਵ ਤੁਹਾਡੇ ਨਾਲ ਸਵਾਲ ਜਵਾਬ ਕੀਤੇ, ਮੈਂ ਗਲਤੀ ਕਰ ਬੈਠਾ। ਕਹਿੰਦੇ ਨਹੀਂ। ਦਾਨ ਸਿੰਘ ਕਿਉ ਚਿੰਤਾ ਦੀਨਾ ਉਤਰ ਹੀ ਤੈ ਬੂਝਨ ਕੀਨਾ। ਇਹ ਕਾਦੀ ਚਿੰਤਾ, ਤੂੰ ਤਾਂ ਮੈਥੋਂ ਜਵਾਬ ਹੀ ਪੁੱਛਿਆ ਤੇ ਮੈਂ ਤੈਨੂੰ ਜਵਾਬ ਦੇ ਦਿੱਤਾ, ਇਹ 'ਚ ਕੋਈ ਗਲਤੀ ਨਹੀਂ। ਦਾਨ ਸਿੰਘ ਬਨ ਮਸਤਕ ਟੇਕਾ ਤੁਮਰੀ ਖੁਸ਼ੀ ਚਾਹੇ ਇਹ ਏਕਾ। ਔਰ ਫਿਰ ਦਾਨ ਸਿੰਘ ਕਹਿਣ ਲੱਗਿਆ ਬਸ ਮਹਾਰਾਜ ਤੁਹਾਡੀਆਂ ਖੁਸ਼ੀਆਂ ਹੀ ਚਾਹੀਦੀਆਂ। ਚੜ੍ਹਤਾ ਤੇ ਪਹੁੰਚੇ ਨਿਜ ਡੇਰੇ ਖਾਨ ਪਾਨ ਕੀ ਨਸ ਤਿਸ ਬੇਰੇ। ਉੱਥੋਂ ਫਿਰ ਸਤਿਗੁਰੂ ਤੇ ਭਾਈ ਦਾਨ ਸਿੰਘ ਜੀ ਵਾਪਸ ਉੱਥੇ ਆਏ ਵਜੀਦਪੁਰ ਜਿੱਥੇ ਸਤਿਗੁਰੂ ਨੇ ਤੰਬੂ ਲਾਏ ਸੀ ਦੋਹਰਾ। ਨਿਸਬਤਾਏ ਕਰ ਸਤਿਗੁਰੂ ਕੀਨੋ ਸੋਚ ਇਸ਼ਨਾਨ। ਤੋ ਸ਼ਾਮਾਂ ਦਾ ਲੰਗਰ ਤਿਆਰ ਹੋ ਗਿਆ, ਭੋਜਨ ਪ੍ਰਸ਼ਾਦਾ ਛਕਿਆ, ਆਰਾਮ ਕਰਦੇ ਆ ਔਰ ਫਿਰ ਦਿਨ ਚੜ੍ਹਿਆ, ਇਸ਼ਨਾਨ ਕੀਤਾ ਹੈ ਜੀ। ਜੀਨ ਹੈ ਨ ਪਰ ਪਾਏ ਕਰ ਚੜੇ ਕੀਓ ਪ੍ਰਸਥਾਨ। ਔਰ ਸਿੰਘਾਂ ਨੂੰ ਕਹਿੰਦੇ ਚਲੋ ਵੀ ਘਰੋਂ ਘੋੜਿਆਂ ਤੇ ਕਾਠੀਆਂ ਤੇ ਆਪਾਂ ਚੱਲੀਏ। ਤੇ ਬਰਾੜਾਂ ਦੀ ਫੌਜ ਨੇ ਘੋੜਿਆਂ ਤੇ ਕਾਠੀਆਂ ਪਾਈਆਂ ਤੇ ਚਾਲੇ ਪਾ ਦਿੱਤੇ ਜੀ। ਚੌਪਈ ਸਤਿਗੁਰ ਭੋਰੇ ਕੀ ਤ੍ਰੈ ਮੇਖ ਲੱਗੀ ਰਹੀ ਤਿਸ ਥਾਨ ਅਸ਼ੀਕ। ਕਹਿਣ ਲੱਗੇ ਜਿੱਥੇ ਸਤਿਗੁਰਾਂ ਨੇ ਘੋੜਾ ਬੰਨਿਆ ਸੀ, ਮੇਖ ਹੁੰਦੀ ਆ ਕਿੱਲੀ ਗੱਡੀ ਹੋਣੀ ਆ। ਕਹਿੰਦੇ ਜਿੱਥੇ ਸਤਿਗੁਰਾਂ ਦੇ ਕਿੱਲੀ ਦੇ ਨਾਲ ਘੋੜਾ ਬੰਨਿਆ ਸੀਗਾ। ਜੰਡ ਹਰੀ ਸੋਹਵਤ ਪਏ ਅਬ ਲੋਕ ਖਰੇ ਵਿਖੇ ਜੋ ਗਏ। ਉਹ ਕਿੱਲੀ ਉੱਥੇ ਗੱਡੀ ਰਹਿ ਗਈ ਤੇ ਸਤਿਗੁਰਾਂ ਦੇ ਚਰਨ ਸਪਰਸ਼ ਕਰਕੇ ਹੱਥ ਲੱਗਣ ਕਰਕੇ ਕਹਿੰਦੇ ਉਹ ਕਿੱਲੀ ਜਿਹੜੀ ਆ ਹਰੀ ਹੋ ਕੇ ਜੰਡ ਬਣ ਗਿਆ। ਸਿੱਖ ਸੰਗਤ ਬੰਧਨ ਕਰੈ ਤਿਨ ਕੋ ਦਰਸ਼ਨ ਵੀ ਅਗਹਰੈ। ਅੱਜ ਵੀ ਉਹ ਜਿਹੜਾ ਅਸਥਾਨ ਹੈ ਜੰਡ ਸਰ ਵੀ ਹੈ, ਜਾਮਨੀ ਸਰ ਵੀ ਹੈ, ਉਹ ਜਗ੍ਹਾ ਦੇ ਉੱਤੇ ਜਿੱਥੇ ਪ੍ਰੀਤਮ ਨੇ ਚਰਨ ਪਏ ਦਰਸ਼ਨ ਕਰਕੇ ਦੁੱਖ ਲੈਂਦੇ ਆ। ਸ਼੍ਰੀ ਪ੍ਰਭ ਵਿਚਰਤ ਫਿਰ ਆਏ ਪਹੁੰਚ ਮੁਕਤ ਸਰ ਸਿਵਰ ਲਗਾਏ। ਇੱਥੋਂ ਘੁੰਮ ਕੇ ਵਾਪਸ ਫਿਰ ਮੁਕਤਸਰ ਗਏ ਨਾ, ਦੁਬਾਰਾ ਫਿਰ ਗਏ ਆ ਕਿਉਂਕਿ ਉੱਥੇ ਇਹਨਾਂ ਦੇ ਅਨੰਨ ਪਿਆਰੇ ਸਿੱਖਾਂ ਦਾ ਸੰਸਕਾਰ ਹੋਇਆ, ਕੋਈ ਕਾਰਜ ਰਹਿ ਗਿਆ ਹੋਣਾ ਉਹ ਵੀ ਕਰਨ ਵਾਸਤੇ ਗਏ ਨੇ। ਕਿਉਂਕਿ ਜਿਸ ਤਰ੍ਹਾਂ ਅਸੀਂ 10ਵੇਂ ਦਿਨ ਭੋਗ ਪਾਉਣੇ ਆ ਜਾਂ ਇਸ ਤਰ੍ਹਾਂ ਦਾ ਕੋਈ ਕਾਰਜ ਹੋਣਾ, ਸਤਿਗੁਰੂ ਦੁਆਰਾ ਮੁਕਤਸਰ ਸਾਹਿਬ ਆਏ ਨੇ। ਹੋਏ ਭਵਿਖਿਤ ਮਹਿ ਮਹਾ ਸਿੱਖ ਇਸ਼ਨਾਨੇ ਫਲ ਕੋ ਲਹਾ। ਔਰ ਫਿਰ ਉੱਥੇ ਆ ਕੇ ਫਿਰ ਬਚਨ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਮੁਕਤਸਰ ਸਾਹਿਬ ਦਾ ਸਥਾਨ ਹੈ ਨਾ, ਇਹ ਇੱਕ ਮਹਾਨ ਤੀਰਥ ਹੋਵੇਗਾ ਕਿ ਲੋਕ ਇੱਥੇ ਇਸ਼ਨਾਨ ਕਰਨਗੇ। ਖਾਨ ਪਾਨ ਕਰਨੇ ਸਬਿਤਾਈ ਸੋਚ ਇਸ਼ਨਾਨ ਕੀਨ ਚੜਾਈ। ਔਰ ਇੱਥੇ ਭੋਜਨ ਪ੍ਰਸ਼ਾਦਾ ਛਕਿਆ, ਰਾਤ ਕੱਟੀ ਹੈ, ਦੂਜਾ ਦਿਨ ਚੜਿਆ, ਚਾਲੇ ਪਾਉਂਦੇ ਹਨ। ਬ੍ਰਾਹਮਣ ਪਾਣੀ ਚਲ ਕਰ ਆਏ ਉਤਰੇ ਤਹਾਂ ਤਰੰਗ ਲਗਾਏ। ਔਰ ਇੱਥੋਂ ਰਪਾਣੇ ਪਹੁੰਚ ਗਏ, ਇੱਥੇ ਉਤਾਰਾ ਕੀਤਾ, ਪੜਾ ਕੀਤਾ ਹੈ। ਸੁੱਖਾ ਅਰ ਸ਼ਕ ਸੁੱਖਾ ਸ਼ਕ ਉਹ ਕਰਬੈ ਭਾਵ ਢੰਡਿਆਈ ਵਗੈਰਾ। ਰਪਾਣੇ ਉਤਰੇ ਹਨ, ਸ਼ਾਮਾਂ ਦਾ ਸਮਾਂ ਹੈ ਔਰ ਢੰਡਿਆਈ ਤਿਆਰ ਕੀਤੀ ਹੈ। ਸੁੱਖਾ ਅਰਸ਼ਾ ਸ਼ਕਵੇ ਕਰਬੈ ਵਿਚਰਤ ਇਤੋ ਧਨਸਰ ਤਰਬੈ। ਇੱਥੇ ਵੀ ਇੱਕ ਛੱਪੜ ਸੀ, ਪਹਿਲਾਂ ਬਹੁਤ ਵੱਡਾ ਟੋਬਾ ਸੀਗਾ
ਇਹਦੇ ਦੁਆਲੇ ਵਿਚਰ ਰਹੇ ਹਨ। ਰਾਮ ਰੂਪਾਣੇ ਚਲ ਕਰ ਆਏ ਉਤਰੀ ਤਹਾਂ ਤੁਰੰਗ ਲਗਾਏ। ਔਰ ਇੱਥੇ ਪਾਤਸ਼ਾਹ ਨੇ ਪੜਾ ਕਰ ਲਿਆ। ਇੱਥੇ ਵੀ ਕੌਤਕ ਵਰਤਿਆ। ਇੱਥੇ ਵੀ ਇੱਕ ਜਾਨਵਰ ਦੇ ਰੂਪ ਦੇ ਵਿੱਚ ਕੋਈ ਮਨੁੱਖ ਸੀਗਾ, ਉਸ ਦਾ ਉਧਾਰ ਕੀਤਾ। ਕਿਵੇਂ ਕੀਤਾ ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਪਣ ਕਰਾਂਗੇ। ਵਿਚਾਰਾ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्वमय दुख पंजन गुणदास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे ऐपे हो बनहार हे संत कै सदा संग नीतारा आधार हे ठाकुर हो दास रो मैं निर्गुण गुण नहीं कोई नानक दीजै नाम दान राखो ही परोए आए प्रभ शरणागति कृपा नित दयाल एक अखर हर मन बसत नानक होत निहाल एक ओंकारा सतगुरु ते प्रसाद सच हुए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की फतेह। बहुत बहुत धन्यवाद सरगुर संगतां जिन्होंने हाजरियां भरियां गुरु जी सरवण कीते पातशाह खुशे बख्शन। बुला फतेह पा फतेह। वाहिगुरू जी का खालसा